गुरु रूप गुरु प्यारी साध संगत जी, धन धन साहिब श्री गुरु ग्रंथ साहिब जी महाराज, तिन्हां ने बख्शिश कीती है। दरबार दीयां हाजरियां भरन दा सानू सुभाग भरिया समा मालिक जी ने बख्शिया है, जो कि वड्डे भागां दे द्वारा ही नसीब हुंदा है। सो आओ आपां गुरबाणी दी विचार नूं आरंभ करिए। प्रथम प्यार अदब दे नाल आखो जी, वाहिगुरु जी का खालसा वाहिगुरु जी की फतेह। अज दा पावन हुक्मनामा चौथे पातशाह जी गुरु रामदास जी महाराज, उन्हां दी रसना तो गायन किया होया है, जो कि जैतसरी राग दे विच 697 अंग तो आरंभ हो के 698 अंग ते इसकी समाप्ति हो जाती है। गुरु रामदास जी ने इस शब्द अंदर उन्हां लोकां दा जिक्र किया जिहड़े नाम तो सखणे हन, जिहड़े प्रभु दी बख्शिश तो वांझे हन। फिर कह दिता है उन्हां मावां नूं जिन्हां दे हिरदे विच प्रभु का कोई प्यार नहीं, कोई याद नहीं, कोई विश्वास नहीं। ऐसे पुत्तां नूं जन्म देण वाली, ऐसे धीआं नूं जन्म देण वाली कुख बांझ रहे तां चंगा ही होवेगा, क्योंकि नहीं तां होर वो इहो जिहिआं नूं ही जन्म देवेगी। जैत सरी महला चौथा, जिन हर हिरदय नाम न वसियो, तिन मात कीजै हर बांझा। जिन्हां दे हिरदे दे विच नाम नहीं वस सकदा, नाम नहीं टिक सकदा, उन्हां दी मां जेकर उहदी कुख बांझ रहे तां बेहतर होवेगा, क्योंकि जननी जनै तां भगत जन, कै दाता कै सूर, नहीं तां जननी बांझ रहे, काहे गवावे नूर। एक बच्चे नूं जन्म देण समय वो 9 महीने वो पीड़ा, वो एहसास एक कीड़े मकौड़ियां दे वांग माड़ियां रूहां नूं जन्म देण दे नाल की होएगा। हे जननी, जे तू यह जन्म वाली पीड़ा सहारनी आ, जे तू अपना नूर भी गवाउणा, अपना सुहब्बण भी गवाउणा, तां ओहदे करके फिर तू किसे भगत नूं, किसे गुरमुख नूं, किसे योधे नूं, किसे रब दे प्यारे नूं जन्म दे। क्योंकि नहीं तां आम जिहड़े इंसान ने बिना कुख तो, बंदगी वाली कुख तो जन्म लैण वालियां रूहां, वो तां कली अंदर नानका जिन्हां दा अवतार, पुੱਤ जनूरा धी जनूरी, जोरू जिन्हां दा सिकदार। वो है करके ओहे करेन, गल्लां पिटन सिर खोहेन। इहो जे ने
ਗੁਰੂ ਰਾਮਦਾਸ ਜੀ ਕਹਿ ਰਹੇ ਨੇ, ਇਸ ਕਰਕੇ ਹਰ ਇੱਕ ਇਸਤਰੀ ਨੂੰ, ਹਰ ਇੱਕ ਮਾਂ ਨੂੰ, ਕਿ ਜੇ ਤੂੰ ਕਿਸੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ, ਤੇਰੇ ਮਨ ਦੇ ਵਿੱਚ ਮਾਂ ਬਣਨ ਦੀ ਇੱਛਾ, ਕਿਉਂਕਿ ਬੱਚੇ ਦੇ ਜਨਮ ਹੋਣ ਦੇ ਨਾਲ ਬੱਚੇ ਦਾ ਹੀ ਜਨਮ ਨਹੀਂ ਹੁੰਦਾ, ਇੱਕ ਮਾਂ ਦਾ ਵੀ ਜਨਮ ਹੁੰਦਾ। ਜੇ ਤੇਰੇ ਵਿੱਚ ਮਾਂ ਬਣਨ ਦੀ ਇੱਛਾ ਹੈ, ਚਾਹਤ ਹੈ, ਤਾਂ ਤੇਰੀ ਜਿਹੜੀ ਕੁੱਖ ਆ ਉਹ ਨਾਮ ਦੇ ਨਾਲ ਜਿਹੜੀ ਆ ਵਾਹਿਗੁਰੂ ਦੇ ਪਿਆਰ ਦੇ ਨਾਲ ਬੰਦਗੀ ਹੋਣੀ ਚਾਹੀਦੀ ਉਹਦੇ ਵਿੱਚ। ਫਿਰ ਉਸ ਤੋਂ ਜੋ ਵੀ ਜਨਮੇਗਾ ਉਹ ਗੁਰਮੁਖ ਹੋਵੇਗਾ, ਭਲਾ ਪੁਰਸ਼ ਹੋਵੇਗਾ, ਸਤਿਪੁਰਸ਼ ਹੋਵੇਗਾ। ਪਰ ਕੁੱਖ ਜੇ ਬੰਦਗੀ ਤੋਂ ਸੱਖਣੀ ਹੋਏਗੀ, ਨਾਮ ਤੋਂ ਵਾਂਝੀ ਹੋਏਗੀ, ਉਹਦੇ ਵਿੱਚੋਂ ਜਨਮ ਲੈਣ ਵਾਲੇ ਬੱਚੇ, ਉਹਨਾਂ ਦੇ ਜਿਹੜੇ ਸੁਭਾਅ ਨੇ ਉਹ ਬੜੇ ਮਲੀਨ ਹੋਣਗੇ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਮਾਂ ਜੋ ਖਾਂਦੀ ਹੈ ਉਹੀ ਬੱਚੇ ਤੱਕ ਪਹੁੰਚਦਾ ਜਦੋਂ ਉਦਰ ਵਿੱਚ ਬੱਚਾ ਹੁੰਦਾ, ਪੇਟ ਵਿੱਚ ਉਸਦੇ। ਇਸ ਕਰਕੇ ਮਾਂ ਜੋ ਸੋਚਦੀ ਆ, ਉਹਨਾਂ ਦਿਨਾਂ ਵਿੱਚ ਜੋ ਜੋ ਕਰਦੀ ਆ, ਉਹਦੇ ਨਾਲ ਬੱਚੇ ਦਾ ਮਨ ਬਣਦਾ। ਜੋ ਜੋ ਖਾਂਦੀ ਆ ਉਹਦੇ ਨਾਲ ਬੱਚੇ ਦਾ ਤਨ ਬਣਦਾ, ਸਰੀਰ ਬਣਦਾ। ਜੋ ਜੋ ਕਰਦੀ ਆ, ਜੋ ਜੋ ਐਨਾਲਾਈਜ਼ ਕਰਦੀ ਆ, ਸੋਚਦੀ ਆ, ਉਹਦੇ ਨਾਲ ਬੱਚੇ ਦਾ ਮਨ ਬਣਦਾ। ਗੁਰੂ ਰਾਮਦਾਸ ਜੀ ਫਿਰ ਕਹਿ ਰਹੇ ਨੇ, ਹਰ ਇੱਕ ਮਾਂ ਨੂੰ, ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਉਹ ਮਾਂ ਜਿਹੜੀ ਬੰਦਗੀ ਨਹੀਂ ਕਰ ਸਕਦੀ, ਪਰ ਮਾਂ ਬਣਨ ਦੀ ਇੱਛਕ ਹੈ, ਕਿਉਂਕਿ ਕੋਈ ਵੀ ਇਸਤਰੀ ਆਪਣੇ ਆਪ ਨੂੰ ਉਤਨਾ ਚਿਰ ਪੂਰੀ ਨਹੀਂ ਮੰਨਦੀ, ਸੰਪੂਰਨ ਨਹੀਂ ਕਹਾਉਂਦੀ, ਇਤਨਾ ਸਮਾਂ ਉਹ ਕਿਸੇ ਬੱਚੇ ਨੂੰ ਜਨਮ ਨਹੀਂ ਦੇ ਦਿੰਦੀ, ਇਤਨਾ ਸਮਾਂ ਭਾਵ ਕਿ ਉਹ ਮਾਂ ਨਹੀਂ ਬਣਦੀ। ਗੁਰੂ ਰਾਮਦਾਸ ਜੀ ਨੇ ਆਖਿਆ, ਹੇ ਇਸਤਰੀ, ਜੇਕਰ ਤੂੰ ਬੰਦਗੀ ਨਹੀਂ ਕਰ ਸਕਦੀ, ਤੇਰੀ ਕੁੱਖ ਤੋਂ ਲਿਆ ਹੋਇਆ ਬੱਚਾ ਗੁਰਮੁਖ ਨਹੀਂ ਆ, ਤਾਂ ਤੂੰ ਬਾਂਝ ਰਹੇ ਤਾਂ ਬਿਹਤਰ ਹੋਵੇਗਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰਹਿ ਬਿਨ ਨਾਵੇ, ਓਏ ਖੱਪ ਖੱਪ ਮੂਹੇ ਕਰਾਂਝਾ। ਨਾਮ ਤੋਂ ਵੀ ਹੁਣੇ ਬੰਦੇ ਖਪਦੇ ਹਨ, ਦੂਜਿਆਂ ਨੂੰ ਵੀ ਖਪਾਉਂਦੇ ਨੇ, ਆਪ ਵੀ ਦੁਖੀ, ਦੂਜਿਆਂ ਨੂੰ ਵੀ ਦੁਖੀ ਕਰਦੇ ਨੇ, ਆਪ ਵੀ ਸੰਤਾਪ ਵਿੱਚ ਰਹਿੰਦੇ ਨੇ, ਦੂਜਿਆਂ ਨੂੰ ਵੀ ਸੰਤਾਪ ਹੀ ਦਿੰਦੇ ਨੇ। ਤਾਂ ਇਹੋ ਜਿਹੇ ਇਨਸਾਨਾਂ ਨੂੰ, ਬੱਚਿਆਂ ਨੂੰ ਜਨਮ ਦੇਣ ਨਾਲੋਂ ਬਿਹਤਰ ਨਹੀਂ ਹੋਵੇਗਾ ਕਿ ਤੂੰ ਬਾਂਝ ਰਹੇ ਤਾਂ ਚੰਗਾ ਹੈ। ਤਿਨ ਮਾਤ ਕੀਜੈ ਹਰ ਬਾਂਝਾ। ਗੁਰੂ ਰਾਮਦਾਸ ਜੀ ਅਸਲ ਦੇ ਵਿੱਚ ਦੁਨੀਆ ਦੀ ਹਰ ਇੱਕ ਮਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਜੇ ਤੂੰ ਚਾਹੁੰਦੀ ਹੈ ਕਿ ਤੇਰੇ ਬੱਚੇ ਲਾਇਕ ਹੋਣ, ਵੱਡੇ ਹੋ ਕੇ ਤੇਰਾ ਦਿਲ ਨਾ ਦੁਖਾਉਣ, ਵੱਡੇ ਹੋ ਕੇ ਉਹ ਚੰਗੇ ਪਾਸੇ ਟੁਰਨ, ਤਾਂ ਤੈਨੂੰ ਆਪਣੀ ਕੁੱਖ ਦੇ ਵਿੱਚ ਨਾਮ ਦਾ ਕਿਣਕਾ, ਬਾਣੀ ਦਾ ਅਭਿਆਸ ਰੱਖਣਾ ਪਵੇਗਾ। ਜਦੋਂ ਉਹ 9 ਮਹੀਨੇ ਤੇਰੇ ਉਦਰ ਦੇ ਵਿੱਚ ਹੈ, ਕਿਉਂਕਿ ਉਸ ਵਕਤ ਹੀ ਉਹ ਬੱਚੇ ਦਾ ਮਨ ਬਣੇਗਾ ਜੋ ਤੂੰ ਕਰੇਂਗੀ। ਡਾਕਟਰ ਤਾਂ ਇਹ ਕਹਿ ਦਿੰਦੇ ਨੇ ਇੱਥੋਂ ਤੱਕ ਕਿ ਜਦੋਂ ਮਾਂ ਦੇ ਪੇਟ ਵਿੱਚ, ਉਦਰ ਵਿੱਚ ਬੱਚਾ ਹੋਵੇ, ਉਦੋਂ ਬਿਲਕੁਲ ਚਿੰਤਾ ਨਹੀਂ ਕਰਨੀ ਚਾਹੀਦੀ, ਖੁਸ਼ ਰਹਿਣਾ ਚਾਹੀਦਾ ਹੈ, ਕਿਉਂਕਿ ਉਹੀ ਬੱਚੇ 'ਤੇ ਉਹਦਾ ਪ੍ਰਭਾਵ ਪਵੇਗਾ। ਜੋ ਮਾਂ ਖਾਵੇਗੀ ਉਹਦੇ ਨਾਲ ਬੱਚੇ ਦਾ ਤਨ ਬਣੇਗਾ, ਚੰਗਾ ਭੋਜਨ ਖਾਵੇਗੀ ਉਹਦਾ ਸਰੀਰ ਵਧੀਆ ਹੋਵੇਗਾ, ਜੇ ਚੰਗਾ ਸੋਚੇਗੀ ਉਹਦੇ ਨਾਲ ਮਨ ਵਧੀਆ ਬਣੇਗਾ, ਉਸ ਬੱਚੇ ਦੀ ਆਤਮਾ ਵਧੀਆ ਬਣੇਗੀ, ਰੂਹ ਵਧੀਆ ਬਣੇਗੀ। ਇਸ ਕਰਕੇ ਗੁਰਬਾਣੀ ਤੋਂ ਚੰਗਾ ਫਿਰ ਕੀ ਹੈ। ਧੰਨ ਹਨ ਉਹ ਮਾਵਾਂ, ਮਾਤਾ ਮਰੀਅਮ ਜੀ ਜੈਸੀਆਂ, ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੇ ਬੜੀ ਬੰਦਗੀ ਕੀਤੀ,
ਤੇ ਅੱਗੇ ਜਾ ਕੇ ਬਾਬਾ ਸ਼ੇਖ ਫਰੀਦ ਜੀ, ਮਾਤਾ ਮਰੀਮ ਜੀ ਨੇ ਐਸੇ ਭਗਤ ਜੀ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ, ਉਹਨਾਂ ਦਾ ਪ੍ਰਕਾਸ਼ ਹੋਇਆ। ਕਿਉਂਕਿ ਹਰ ਇੱਕ ਮਾਂ ਦੇ ਕੋਲੇ ਗੁਰੂ ਰਾਮਦਾਸ ਜੀ ਕਹਿੰਦੇ ਇੱਕ ਕਲਾ ਹੁੰਦੀ ਆ, ਉਹ ਬੱਚੇ ਨੂੰ ਜੋੜ ਸਕਦੀ ਹੈ ਚੰਗੇ ਪਾਸੇ, ਬੱਚੇ ਨੂੰ ਲਾ ਸਕਦੀ ਆ ਗੁਰੂ ਵਾਲੇ ਪਾਸੇ, ਬੱਚੇ ਨੂੰ ਨਾਮ ਦੇ ਨਾਲ ਵੀ ਜੋੜ ਸਕਦੀ ਆ, ਪਰ ਤਾਂ ਹੀ ਜੋੜੇਗੀ ਜੇ ਉਹ ਆਪ ਜੁੜੀ ਹੋਏਗੀ। ਤਾਂ ਯਾਤਰਾ ਹਮੇਸ਼ਾ ਆਪਣੇ ਤੋਂ ਸ਼ੁਰੂ ਹੁੰਦੀ ਆ। ਜੇ ਤੁਸੀਂ ਗੁਰੂ ਨਾਲ ਨਹੀਂ ਜੁੜੇ ਹੋਏ, ਤੁਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਜੋੜ ਪਾਵੋਗੇ। ਜੇ ਤੁਸੀਂ ਜੁੜੇ ਹੋਵੋਗੇ, ਤੁਹਾਨੂੰ ਜੋੜਨਾ ਬੜਾ ਸੌਖਾ ਹੋਵੇਗਾ। ਤਾਂ ਸਭ ਤੋਂ ਪਹਿਲਾਂ ਹਰ ਇੱਕ ਮਾਂ ਦਾ ਗੁਰੂ ਰਾਮਦਾਸ ਜੀ ਕਹਿੰਦੇ ਫਰਜ਼ ਹੈ ਉਹ ਖੁਦ ਗੁਰਬਾਣੀ ਦੇ ਨਾਲ ਜੁੜੇ, ਖੁਦ ਗੁਰਬਾਣੀ ਨੂੰ ਪੜ੍ਹੇ, ਗੁਰਬਾਣੀ ਪੜ੍ਹ ਕੇ ਸਮਝ ਕੇ ਫਿਰ ਉਹ ਚਾਹੇ ਧੀ ਹੈ ਚਾਹੇ ਪੁੱਤਰ, ਨਾਮ ਜਪਦਿਆਂ ਜਪਦਿਆਂ ਉਹਦੀ ਕੁੱਖ 'ਚੋਂ ਜਿਹੜੇ ਬੱਚੇ ਜਨਮ ਲੈਣਗੇ ਉਹ ਭਲੇ ਹੋਣਗੇ, ਉਹ ਚੰਗੇ ਹੋਣਗੇ, ਸੁਭਾਅ ਕਰਕੇ, ਆਪਣੇ ਚਾਲ ਚੱਲਣ ਕਰਕੇ ਉਹਨਾਂ ਵਿੱਚ ਬਰਕਤਾਂ ਹੋਣਗੀਆਂ। ਜੇ ਇਦੋਂ ਉਲਟ ਹੋਏਗਾ ਫਿਰ ਤਾਂ ਉਹਨਾਂ ਦੀ ਸੰਗਤ ਜਿਹੜੀ ਆ ਪਹਿਲਾਂ ਹੀ ਮਾੜੀ ਹੋ ਗਈ ਜਦੋਂ ਉਹਨੇ ਹਜੇ ਜਨਮ ਲੈਣਾ। ਤਾਂ ਸਭ ਤੋਂ ਪਹਿਲੀ ਸੰਗਤ ਬੱਚਾ ਆਪਣੀ ਮਾਂ ਦੀ ਕਰਦਾ ਹੈ, ਕਰਦਾ ਵੀ ਕੁੱਖ ਦੇ ਵਿੱਚ ਹੀ ਆ ਜਦੋਂ ਉਹ ਬਣਦਾ ਹੈ। ਇਸ ਕਰਕੇ ਆਪਣੀ ਸੋਚ ਨੂੰ, ਆਪਣੇ ਖਿਆਲਾਂ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਤੁਸੀਂ ਸਹੀ ਰੱਖੋ, ਜਿਹਦੇ ਕਰਕੇ ਤੁਹਾਡੇ ਬੱਚੇ ਦਾ ਵਿਕਾਸ, ਉਹਦਾ ਮਨ, ਉਹਦੀ ਆਤਮਾ ਬਹੁਤ ਸੋਹਣੀ ਘੜੀ ਜਾਵੇਗੀ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਅੱਗੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹੇ ਮੇਰੇ ਮਨ, ਤੂੰ ਹਰੀ ਦੇ ਨਾਮ ਨੂੰ, ਹਰੀ ਦੇ ਰਾਮ ਨੂੰ, ਨਾਮ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ, ਖੁਦਾ ਨੂੰ ਚੇਤੇ ਕਰ ਜੋ ਤੇਰੇ ਅੰਦਰ ਹੀ ਹੈ, ਜੋ ਤੇਰੇ ਦਿਲ ਨੂੰ ਧੜਕਾ ਰਿਹਾ, ਨਸਾਂ 'ਚ ਖੂਨ ਨੂੰ ਚਲਾ ਰਿਹਾ, ਜੋ ਹਵਾ ਨੂੰ ਵਗਾ ਰਿਹਾ, ਰੁੱਤਾਂ ਨੂੰ ਬਦਲਾ ਰਿਹਾ, ਸੂਰਜ ਨੂੰ ਚੜ੍ਹਾ ਰਿਹਾ, ਪਾਣੀ ਨੂੰ ਧਰਤੀ 'ਚੋਂ ਕੱਢਣ ਵਾਸਤੇ ਉਹਨੇ ਤੈਨੂੰ ਪਹਿਲਾਂ ਹੀ ਪਾ ਦਿੱਤਾ, ਤੇਰੇ ਵਾਸਤੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਫਿਰ ਐਸੇ ਮਾਲਕ ਨੂੰ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਉਹਨੂੰ ਦਿਲ ਦੇ ਵਿੱਚ ਯਾਦ ਕਰ, ਉਹ ਜਿਹੜਾ ਰਮਿਆ ਹੋਇਆ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਹਰ ਹਰ ਕਿਰਪਾਲ, ਵਾਹਿਗੁਰੂ ਤਾਂ ਸਦਾ ਹੀ ਕਿਰਪਾਲੂ ਦਿਆਲੂ ਆ, ਸਦਾ ਹੀ ਜੀਆਂ ਤੇ ਤਰਸ ਕਰਦਾ। ਹੇ ਮੇਰੇ ਮਾਲਕ ਜੀ, ਇਵੇਂ ਮੈਨੂੰ ਵੀ ਆਪਣਾ ਗਿਆਨ ਦੇਵੋ, ਉਹਦੇ ਨਾਲ ਹੀ ਮੈਨੂੰ ਸਮਝ ਆਉਣੀ ਆ। ਅਗਿਆਨੀ ਹੋ ਕੇ ਜ਼ਿੰਦਗੀ ਨੂੰ ਜਿਉਣਾ, ਇਹ ਨਿਵਾਣ ਵਾਲੇ ਪਾਸੇ ਜਾਣਾ ਹੈ, ਇਹ ਚਿੱਕੜ ਵਿੱਚ ਡੁੱਬਣਾ। ਗਿਆਨੀ ਹੋ ਕੇ ਗਿਆਨ ਲੈ ਕੇ ਗੁਰੂ ਤੋਂ ਜ਼ਿੰਦਗੀ ਜਿਉਣੀ, ਇਹ ਉੱਚੇ ਜੀਵਨ ਦੀਆਂ ਨਿਸ਼ਾਨੀਆਂ ਨੇ। ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਜੀ ਨੇ ਜਦੋਂ ਮੈਨੂੰ ਗਿਆਨ ਬਖਸ਼ਿਆ, ਉਸ ਵਕਤ ਹੀ ਮੇਰਾ ਮਨ ਜਿਹੜਾ ਇਹਨਾਂ ਗੱਲਾਂ ਨੂੰ ਸਮਝਿਆ ਹੈ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ ਇੱਕ ਦਿਨ ਇੱਕ ਬਗੀਚੇ ਵਿੱਚ ਜਾ ਕੇ ਬੈਠ ਗਏ। ਨਾਲ ਉੱਥੇ ਭਾਈ ਮਰਦਾਨਾ ਜੀ ਸਨ, ਕੀਰਤਨ ਕਰਨ ਲੱਗ ਗਏ। ਸੂਫੀ ਫਕੀਰਾਂ ਦਾ ਉਹ ਸ਼ਹਿਰ ਸੀ, ਮੁਲਤਾਨ ਸ਼ਹਿਰ। ਉੱਥੋਂ ਦੇ ਪੀਰਾਂ ਨੂੰ ਕਿਸੇ ਨੇ ਖਬਰ ਭੇਜ ਦਿੱਤੀ ਕਿ ਇੱਥੇ ਕੋਈ ਆਇਆ, ਉਹ ਸੰਗੀਤ ਵਿੱਚ ਕੀਰਤਨ ਕਰ ਰਿਹਾ। ਤਾਂ ਉਹਨਾਂ ਨੂੰ ਫਿਕਰ ਪੈ ਗਿਆ ਕਿ ਇੱਥੇ ਤਾਂ ਅਸੀਂ ਪਹਿਲਾਂ ਹੀ ਬਹੁਤ ਸੀ, ਇੱਕ ਫਕੀਰ ਹੋਰ ਆ ਗਿਆ ਇੱਥੇ, ਕਿਤੇ ਕੀਰਤਨ ਗਾਵੇਗਾ ਤੇ ਸਾਡਾ ਮਾਣ ਜਿਹੜੀ, ਸਾਡਾ ਤਾਣ ਜਿਹੜਾ ਘਟ ਨਾ ਜਾਵੇ। ਉਹਨਾਂ ਨੇ ਫਿਰ ਇੱਕ ਕਟੋਰਾ ਲਿਆ, ਉਹਦੇ ਵਿੱਚ ਦੁੱਧ ਪਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਖਬਰ ਭੇਜੀ
ਕਿ ਜਿਵੇਂ ਇੱਕ ਕਟੋਰਾ ਹੈ, ਇਹਦੇ ਵਿੱਚ ਨੱਕੋ ਨੱਕ ਦੁੱਧ ਭਰਿਆ ਹੋਇਆ, ਇੱਕ ਬੂੰਦ ਵੀ ਨਹੀਂ ਇਹ 'ਚ ਸਮਾ ਸਕਦੀ। ਇੱਥੇ ਤੁਹਾਡੇ ਲਈ ਕੋਈ ਜਗ੍ਹਾ ਨਹੀਂ। ਇਹ ਸ਼ਹਿਰ ਵੀ ਪਹਿਲਾਂ ਹੀ ਫਕੀਰਾਂ ਨਾਲ ਭਰਿਆ ਪਿਆ, ਤੁਹਾਡੇ ਲਈ ਕੋਈ ਜਗ੍ਹਾ ਨਹੀਂ ਇੱਥੇ, ਚਲੇ ਜਾਓ। ਗੁਰੂ ਨਾਨਕ ਸਾਹਿਬ ਜੀ ਬਗੀਚੇ 'ਚ ਬੈਠੇ ਸੀ। ਉਹਨਾਂ ਨੇ ਇੱਕ ਚਮੇਲੀ ਦਾ ਫੁੱਲ ਲਿਆ ਤੇ ਉਹ ਕਟੋਰੇ ਵਿੱਚ ਪਾ ਦਿੱਤਾ। ਉਹ ਉੱਪਰ ਤਰਨ ਲੱਗ ਗਿਆ, ਕਿਉਂਕਿ ਇਹ ਐਸਾ ਫੁੱਲ ਆ ਜਿਹਦਾ ਕੋਈ ਭਾਰ ਹੀ ਨਹੀਂ ਹੁੰਦਾ। ਇਹ ਬਹੁਤ ਬਿਲਕੁਲ ਹਲਕਾ ਜਿਹਾ ਹੁੰਦਾ ਫੁੱਲ, ਕੋਈ ਵਜ਼ਨ ਨਹੀਂ ਹੁੰਦਾ। ਉਹ ਉੱਪਰ ਤਰਨ ਲੱਗ ਗਿਆ ਤੇ ਦੁੱਧ ਵਿੱਚ ਉਹਨੇ ਆਪਣੀ ਖੁਸ਼ਬੂ ਵੀ ਵੰਡ ਦਿੱਤੀ। ਗੁਰੂ ਨਾਨਕ ਜੀ ਨੇ ਵਾਪਸ ਭੇਜ ਦਿੱਤਾ। ਭਾਈ ਸਾਹਿਬ ਭਾਈ ਮਰਦਾਨਾ ਜੀ ਪੁੱਛਦੇ ਨੇ, ਗੁਰੂ ਨਾਨਕ ਜੀ ਇਹ ਕੀ ਹੈ? ਉਹ ਕਟੋਰੇ ਵਿੱਚ ਦੁੱਧ ਲੈ ਕੇ ਆਉਂਦੇ ਨੇ, ਤੁਸੀਂ ਬਿਨਾਂ ਪੀਤਿਆਂ ਹੀ ਫੁੱਲ ਰੱਖ ਕੇ ਵਿੱਚ ਵਾਪਸ ਮੋੜ ਦਿੱਤਾ। ਗੁਰੂ ਸਾਹਿਬ ਜੀ ਨੇ ਆਖਿਆ, ਉਹ ਪੀਣ ਲਈ ਨਹੀਂ ਸੀ ਲੈ ਕੇ ਆਏ, ਉਹਨਾਂ ਨੇ ਤਾਂ ਇੱਕ ਖਬਰ ਭੇਜੀ ਸੀ, ਸੁਨੇਹਾ, ਕਿ ਕਟੋਰੇ ਵਿੱਚ ਜਿਵੇਂ ਦੁੱਧ ਨੱਕੋ ਨੱਕ ਭਰਿਆ, ਇਵੇਂ ਸ਼ਹਿਰ ਵਿੱਚ ਫਕੀਰ ਹੀ ਫਕੀਰ ਨੇ। ਜਿਵੇਂ ਕਟੋਰੇ ਵਿੱਚ ਇੱਕ ਬੂੰਦ ਵੀ ਨਹੀਂ ਸਮਾ ਸਕਦੀ ਹੁਣ ਦੁੱਧ ਦੀ, ਤੁਹਾਡੇ ਲਈ ਕੋਈ ਜਗ੍ਹਾ ਨਹੀਂ, ਵਾਪਸ ਮੁੜ ਜਾਓ। ਤੇ ਅਸੀਂ ਫਿਰ ਉਹ ਫੁੱਲ ਰੱਖ ਕੇ ਵਿੱਚ ਇਹੀ ਆਖਿਆ ਕਿ ਸਾਡੇ ਆਉਣ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪਵੇਗਾ। ਜਿਵੇਂ ਫੁੱਲ ਨੇ ਮਹਿਕ ਵੰਡੀ ਆ ਨਾ, ਦੁੱਧ ਵਿੱਚ ਮਹਿਕ ਖਿਲਾਰੀ ਆ, ਤੇ ਕੁਝ ਵੀ ਬੂੰਦ ਵੀ ਨਹੀਂ ਇੱਕ ਡੁੱਲਣ ਦਿੱਤੀ ਬਾਹਰ। ਇੱਦਾਂ ਹੀ ਅਸੀਂ ਰਹਾਂਗੇ, ਕੁਝ ਦਿਨ ਕੀਰਤਨ ਕਰਾਂਗੇ, ਚਲੇ ਜਾਵਾਂਗੇ, ਪਰ ਤੁਹਾਨੂੰ ਕੋਈ ਫਰਕ ਨਹੀਂ ਪਵੇਗਾ। ਐਸਾ ਜਿਹੜਾ ਜੀਵਨ ਹੁੰਦਾ ਫੁੱਲਾਂ ਦੇ ਵਾਂਗ, ਐਸੀ ਜਿਹੜੀ ਜ਼ਿੰਦਗੀ ਹੁੰਦੀ ਆ, ਉਹ ਗੁਰੂ ਦੇ ਗਿਆਨ ਦੁਆਰਾ ਹੀ ਪ੍ਰਾਪਤ ਹੁੰਦੀ ਆ। ਤਾਂ ਗੁਰੂ ਮਹਾਰਾਜ ਇੱਥੇ ਉਹ ਹਰ ਇੱਕ ਮਾਂ ਵਾਸਤੇ ਕਹਿ ਰਹੇ ਆ ਇਹ ਸੁਨੇਹਾ, ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਹੇ ਮਾਂ, ਜੇ ਤੂੰ ਕਿਸੇ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ, ਪਹਿਲਾਂ ਤੂੰ ਆਪ ਗੁਰੂ ਦੇ ਨਾਲ ਜੁੜ। ਫਿਰ ਜਿਹੜਾ ਬੱਚਾ ਤੇਰੀ ਕੁੱਖ ਤੋਂ ਜਨਮ ਲਵੇਗਾ, ਜੇ ਤੇਰੀ ਕੁੱਖ ਵਿੱਚ ਬੰਦਗੀ ਹੋਏਗੀ, ਭਾਉ ਭਗਤੀ ਹੋਏਗੀ, ਉਹ ਬੱਚੇ ਦਾ ਸੁਭਾਅ ਚੰਗਾ ਹੋਏਗਾ। ਨਹੀਂ ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਨਹੀਂ ਬੱਚਿਆਂ ਦਾ ਸੁਭਾਅ ਜਿਉਂਦਿਆਂ ਜੀ ਪ੍ਰੇਤ ਵਰਗਾ, ਜਿੰਨਾ ਵਰਗਾ ਹੋਵੇਗਾ, ਜਿਹੜੇ ਵੀ ਤੇਰੀ ਕੁੱਖ ਚੋਂ ਜਨਮ ਲੈਣਗੇ। ਤਾਂ ਪਹਿਲਾਂ ਅਸੀਂ ਕਈ ਵਾਰ ਇਵੇਂ ਹੀ ਹੁੰਦਾ, ਅਸੀਂ ਆਪ ਨਹੀਂ ਗੁਰੂ ਨਾਲ ਜੁੜ ਪਾਉਂਦੇ, ਬੱਚਿਆਂ ਨੂੰ ਅਸੀਂ ਕਿਵੇਂ ਜੋੜ ਦਾਂਗੇ? ਜਿਹੜਾ ਕਦੇ ਆਪ ਹੀ ਨਹੀਂ ਹੱਸਦਾ, ਉਹ ਦੂਜਿਆਂ ਨੂੰ ਹਸਾ ਨਹੀਂ ਸਕਦਾ। ਜਿਹੜਾ ਆਪ ਸੁਖੀ ਨਹੀਂ ਰਹਿੰਦਾ, ਦੂਜਿਆਂ ਨੂੰ ਸੁੱਖ ਨਹੀਂ ਦੇ ਸਕਦਾ। ਜਿਹੜਾ ਆਪ ਹਸਮੁਖ ਨਹੀਂ, ਖੁਸ਼ ਮਿਜਾਜ ਨਹੀਂ, ਜਿਹਦਾ ਸੈਂਸ ਆਫ ਹਿਊਮਰ ਹੀ ਨਹੀਂ ਹੈਗਾ, ਉਹ ਦੂਜਿਆਂ ਨੂੰ ਕਿਵੇਂ ਖੁਸ਼ ਰੱਖ ਲੇਗਾ? ਕਦੇ ਵੀ ਨਹੀਂ ਰੱਖ ਸਕਦਾ। ਪਹਿਲਾਂ ਗੱਲਾਂ ਆਪਣੇ 'ਤੇ ਹੀ ਲਾਗੂ ਕਰਨੀਆਂ ਪੈਂਦੀਆਂ ਨੇ, ਫਿਰ ਅਸੀਂ ਦੂਜਿਆਂ ਨੂੰ ਕਹਿ ਸਕਦੇ ਹਾਂ। ਤਾਂ ਪਹਿਲਾਂ ਮਾਂ ਨੂੰ ਆਪ ਬੰਦਗੀ ਕਰਨੀ ਪਵੇਗੀ, ਫਿਰ ਉਹ ਬੱਚਿਆਂ ਨੂੰ ਸਿਖਾ ਸਕੇਗੀ। ਪਹਿਲਾਂ ਹਰ ਪਿਤਾ ਨੂੰ ਆਪ ਗੁਰੂ ਦੇ ਨਾਲ ਜੁੜਨਾ ਪਵੇਗਾ, ਤੇ ਬਾਅਦ ਵਿੱਚ ਉਹ ਦੂਜਿਆਂ ਨੂੰ ਸਿਖਾਉਣਗੇ। ਇੱਥੇ ਆਪਣੇ ਜਿਵੇਂ ਬੱਚੇ ਹਨ, ਤੇ ਕਈ ਵਾਰੀ ਅਸੀਂ ਵੇਖਦੇ ਹਾਂ ਉਹਨਾਂ ਨੂੰ ਗੁਰੂਆਂ ਦੇ ਨਾਂ ਲੜੀਵਾਰ ਯਾਦ ਨਹੀਂ ਹੁੰਦੇ। ਗੁਰੂ ਮਹਾਰਾਜ ਨੇ ਅੱਜ ਕਿਹਾ ਹੈ ਤਾਂ ਮੈਂ ਗੱਲ ਕਹਿ ਰਿਹਾ, ਕਿਉਂਕਿ ਸਾਨੂੰ ਨਹੀਂ ਪਤਾ ਗੁਰੂਆਂ ਦੇ ਨਾਂ ਲੜੀਵਾਰ। ਜੇ ਬੱਚੇ ਨੂੰ ਕਹਿ ਦਈਏ ਗੁਰੂਆਂ ਦੇ ਨਾਂ ਸੁਣਾ, ਕਈ ਵਾਰੀ ਵੈਸੇ ਪੁੱਛ ਲੈਂਦੇ ਆ ਤੇ ਉਹਨਾਂ ਨੂੰ ਆਉਂਦੇ ਨਹੀਂ ਹੈਗੇ। ਸਾਹਿਬਜ਼ਾਦਿਆਂ ਦੇ ਨਾਂ ਨੇ, ਕਈ ਵਾਰੀ ਉਹ ਵੀ ਭੁੱਲ ਜਾਂਦੇ ਆ। ਤਾਂ ਇਹ ਨਾ ਕਹੋ ਇਹ ਸਕੂਲ ਦਾ ਫਰਜ਼ ਆ ਜਿੱਥੇ ਅਸੀਂ ਭੇਜਦੇ ਹਾਂ ਜਾਂ ਟਿਊਸ਼ਨ 'ਤੇ ਭੇਜਦੇ ਹਾਂ। ਇਹ ਸਾਡਾ ਫਰਜ਼ ਹੈ ਪਿਆਰੇ ਉਹਨਾਂ ਨੂੰ ਸਿਖਾਉਣ ਦਾ। ਪਹਿਲਾਂ ਤੁਸੀਂ ਆਪ ਗੁਰੂ ਦੇ ਨਾਲ ਜੁੜੋ, ਫਿਰ ਦੂਜਿਆਂ ਨੂੰ ਜੋੜੋ। ਨਾਲੇ ਜਿਹੜੇ ਬੱਚੇ ਹੁੰਦੇ ਨੇ ਨਾ, ਇਹਨਾਂ ਨੂੰ ਜੋ ਮਰਜ਼ੀ ਸਿਖਾ ਲਓ, ਜੋ ਮਰਜ਼ੀ ਕੰਠ ਕਰਵਾ ਲਓ, ਬੜੀ ਛੇਤੀ ਇਹ ਕਰ ਲੈਂਦੇ ਨੇ। ਇਹ ਵੀ ਦੇਖਿਆ ਗਿਆ ਹੈ, ਕਿਉਂਕਿ ਇਹ ਇੱਕ ਉਮਰ ਹੈ
ਜਿਹਦੇ ਵਿੱਚ ਇਹ ਕੋਰੇ ਕਾਗਜ਼ 'ਤੇ ਜੋ ਲਿਖ ਦੋਗੇ ਉਹ ਹੋ ਜਾਏਗਾ। ਤਾਂ ਅਸੀਂ ਪਹਿਲਾਂ ਆਪ ਬਾਣੀ ਨਾਲ ਜੁੜੀਏ। ਇਹ ਸਾਨੂੰ ਆਪ ਹੀ ਨਹੀਂ ਗੁਰੂਆਂ ਦੇ ਨਾਂ ਪਤਾ, ਸਾਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ, ਪੰਜਾਂ ਪਿਆਰਿਆਂ ਦੇ, ਪੰਜਾਂ ਤਖਤਾਂ ਦੇ, 15 ਭਗਤਾਂ ਦੇ ਪੱਟ ਸਾਹਿਬਾਨ ਨੇ, ਤਾਂ ਅਸੀਂ ਦੂਜਿਆਂ ਨੂੰ ਕੀ ਸਿੱਖਿਆ ਦੇਵਾਂਗੇ। ਤਾਂ ਯਾਤਰਾ ਪਹਿਲਾਂ ਹੌਲੀ ਹੌਲੀ ਆਪਣੇ ਤੋਂ ਸ਼ੁਰੂ ਕਰਨੀ ਚਾਹੀਦੀ ਆ। ਅਸੀਂ ਇੰਨਾ ਕੁਝ ਯਾਦ ਰੱਖ ਲੈਂਦੇ ਹਾਂ, ਕਿਹਨੇ ਸਾਨੂੰ ਕੀ ਕਿਹਾ ਸੀ, ਕਦੋਂ ਪਿਛਲੇ ਸਾਲ ਉਹਨੇ ਮੈਨੂੰ ਇਹ ਗਾਲ ਕੱਢੀ ਸੀ, ਇਹ ਚੀਜ਼ਾਂ ਅਸੀਂ ਯਾਦ ਰੱਖੀ ਫਿਰਦੇ ਹਾਂ। ਜਿਹੜੀਆਂ ਚੀਜ਼ਾਂ ਯਾਦ ਰੱਖਣੀਆਂ ਸੀ ਉਹ ਨਹੀਂ ਯਾਦ ਰੱਖੀਆਂ। ਤਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਫਲਾਣੇ ਬੰਦੇ ਨੇ ਦੁਖੀ ਕਰਤਾ, ਉਹਨੇ ਮੈਨੂੰ ਇੱਦਾਂ ਬੋਲਿਆ, ਮੈਂ ਦੁਖੀ ਹੋ ਗਿਆ। ਉਹ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਮੈਂ ਦੁਖੀ ਹੋ ਗਿਆ। ਕਿਸੇ ਨੇ ਮੇਰੀ ਕਦਰ ਨਹੀਂ ਜਾਣੀ, ਤਾਂ ਮੈਂ ਦੁਖੀ ਹੋ ਗਿਆ। ਹਜੇ ਜਿਹੜੀ ਜਿੰਦ ਆ ਸਾਡੀ ਉਹ ਦੂਜਿਆਂ 'ਤੇ ਟਿਕੀ ਹੋਈ ਆ। ਦੂਜਿਆਂ ਤੋਂ ਅਸੀਂ ਸੁੱਖ ਭਾਲਦੇ ਹਾਂ। ਕਿਸੇ ਨੇ ਮਾੜਾ ਜਿਹਾ ਉੱਚਾ ਬੋਲਤਾ ਤੇ ਅਸੀਂ ਕਹਿੰਦੇ ਹਾਂ ਸਾਨੂੰ ਇੱਦਾਂ ਹੋ ਗਿਆ, ਸਾਡਾ ਜੀਵਨ, ਮੇਰੀ ਕਦਰ ਨਹੀਂ ਪਈ ਤੇ ਮੈਨੂੰ ਉਹਨੇ ਇੱਦਾਂ ਦੁਖੀ ਕਰ ਦਿੱਤਾ, ਮੈਨੂੰ ਇੱਦਾਂ ਬੋਲਿਆ। ਹਜੇ ਜਿੰਦ ਦੂਜਿਆਂ ਤੋਂ ਸੁੱਖ ਭਾਲਦੀ ਆ, ਜਦੋਂ ਕਿ ਅਸਲੀ ਸੁੱਖ ਤੁਹਾਡੇ ਅੰਦਰ ਹੈ। ਨਾਨਕ ਭਗਤਾਂ ਸਦਾ ਵਿਗਾਸ। ਜਦੋਂ ਅਸੀਂ ਆਪਣੇ ਆਪ ਵਿੱਚ ਖੁਸ਼ ਰਹਿਣ ਲੱਗ ਜਾਂਦੇ ਹਾਂ, ਉਦੋਂ ਸਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਮਹਾਤਮਾ ਬੁੱਧ ਜੀ ਦੀ ਜੀਵਨ ਦੀ ਇੱਕ ਘਟਨਾ ਮੈਨੂੰ ਯਾਦ ਆਈ, ਬੜੀ ਪਿਆਰੀ ਆ। ਇੱਕ ਦਿਨ ਬੈਠੇ ਸੀ ਆਪਣੇ ਚੇਲਿਆਂ ਦੇ ਨਾਲ, ਇੱਕ ਬੜਾ ਬਦਬਖਤ ਬੰਦਾ ਆਇਆ। ਉਹਨੇ ਗਾਲਾਂ ਕੱਢੀਆਂ, ਬੁਰੇ ਸ਼ਬਦ ਕਹੇ, ਇੱਥੋਂ ਤੱਕ ਕਿ ਉਹਨਾਂ ਦੇ ਮੁੱਖ 'ਤੇ ਵੀ ਥੁੱਕ ਦਿੱਤਾ ਸੀ। ਬੜੇ ਗੁੱਸੇ 'ਚ ਸੀ। ਬੁੱਧ 'ਚ ਇੰਨੀ ਸ਼ਾਂਤੀ ਸੀ, ਬਿਲਕੁਲ ਵੀ ਉਹ ਬੋਲੇ ਨਹੀਂ ਕੁਝ। ਉਹ ਬੰਦਾ ਬੋਲ ਬਾਲ ਕੇ ਥੱਕ ਗਿਆ, ਸ਼ਰਮਸਾਰ ਹੋ ਗਿਆ। ਕਹਿਣ ਲੱਗਾ, ਪਤਾ ਨਹੀਂ ਬੁੱਧ ਕਿੱਥੇ ਬੈਠਾ, ਮੇਰੀਆਂ ਕੱਢੀਆਂ ਗਾਲਾਂ ਉੱਥੇ ਤੱਕ ਪਹੁੰਚੀਆਂ ਹੀ ਨਹੀਂ। ਪਤਾ ਹੀ ਨਹੀਂ ਬੁੱਧ ਦੀ ਅਵਸਥਾ ਕਿੱਥੇ ਆ, ਜਿੱਥੇ ਮੈਂ ਇਹਦੇ ਥੁੱਕ ਸੁੱਟਿਆ ਪਹੁੰਚਿਆ ਹੀ ਨਹੀਂ ਉੱਥੇ ਤੱਕ। ਤਾਂ ਆਪਣੇ ਆਪ ਵਿੱਚ ਖੁਸ਼ ਹੋਣਾ, ਆਪਣੇ ਆਪ ਵਿੱਚ ਆਨੰਦ 'ਚ ਹੋਣਾ ਬਹੁਤ ਵੱਡੀ ਆਤਮਿਕ ਅਵਸਥਾ ਹੈ। ਇਹ ਸੰਗਤ ਨਾਲ ਲੱਭਦੀ ਆ, ਮਿਲਦੀ ਆ ਸੰਗਤ ਵਿੱਚੋਂ। ਅਸੀਂ ਚੀਜ਼ਾਂ ਕਰਕੇ ਖੁਸ਼ ਹਾਂ। ਕਈ ਬੰਦੇ ਪੈਸੇ ਕਰਕੇ ਖੁਸ਼ ਨੇ। ਭਗਤ ਰਵਿਦਾਸ ਜੀ ਕਹਿੰਦੇ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜੇ ਅੱਜ ਤੁਹਾਡੀ ਖੁਸ਼ੀ ਪੈਸੇ ਤੈਅ ਕਰਦੇ ਨੇ, ਕੱਲ ਨੂੰ ਜੇ ਪੈਸੇ ਨਾ ਰਹੇ ਤੁਸੀਂ ਉਦਾਸ ਹੋ ਜਾਓਗੇ। ਤੁਹਾਡੀ ਖੁਸ਼ੀ ਝੂਠੀ ਆ ਜੋ ਪੈਸਿਆਂ ਕਰਕੇ ਆ। ਜੇ ਕੋਠੀ ਕਰਕੇ ਤੁਹਾਡੀ ਖੁਸ਼ੀ ਆ ਤੇ ਤੁਹਾਡੇ ਕੋਲ ਮਕਾਨ ਆ ਚੰਗਾ, ਤੁਸੀਂ ਉਹਦੇ ਕਰਕੇ ਖੁਸ਼ ਹੋਈ ਜਾਂਦੇ ਆ, ਤਾਂ ਅਸਲ ਖੁਸ਼ੀ ਦਾ ਤੁਹਾਨੂੰ ਪਤਾ ਨਹੀਂ ਹਜੇ। ਗੁਰਮੁਖ ਖੁਸ਼ ਹੁੰਦੇ ਨੇ ਕਿਸੇ ਚੀਜ਼ ਦੇ ਹੋਣ ਕਰਕੇ ਜਾਂ ਨਾ ਹੋਣ ਕਰਕੇ। ਇਹਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ, ਬਸ ਉਹ ਖੁਸ਼ ਹੁੰਦੇ ਨੇ। ਅਸੀਂ ਕੁਝ ਸਾਡੇ ਵਿੱਚੋਂ ਇਹੋ ਜਿਹੇ ਬੰਦੇ ਨੇ, ਅਸੀਂ ਚੀਜ਼ਾਂ ਕਰਕੇ ਖੁਸ਼ ਹਾਂ। ਕੋਈ ਚੀਜ਼ ਮਿਲ ਗਈ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਫਿਰ ਅਸੀਂ ਖੁਸ਼ ਹੁੰਦੇ ਹਾਂ। ਇੱਕ ਮੈਂ ਕਵੀ ਨੂੰ ਪੜ੍ਹ ਰਿਹਾ ਸੀ, ਬੜੀ ਸੁੰਦਰ ਗੱਲ ਲਿਖੀ ਉਹਨੇ। ਕਹਿੰਦਾ, ਸਵੇਰੇ ਮੈਂ ਉੱਠਦਾ ਹਾਂ ਤੇ ਚਾਹ ਦਾ ਪਿਆਲਾ ਪੀਂਦਾ ਹਾਂ ਤੇ ਰੱਬ ਜੀ ਤੁਹਾਨੂੰ ਯਾਦ ਕਰਦਾ। ਮੇਰੇ ਲਈ ਖੁਸ਼ ਹੋਣ ਲਈ ਇੰਨੀ ਗੱਲ ਹੀ ਬਹੁਤ ਆ। ਮੈਨੂੰ ਹੋਰ ਬਹੁਤੀਆਂ ਵੱਡੀਆਂ ਖੁਸ਼ੀਆਂ ਦੀ ਲੋੜ ਨਹੀਂ। ਨਿੱਕੀਆਂ ਨਿੱਕੀਆਂ ਖੁਸ਼ੀਆਂ 'ਚੋਂ ਕਈ ਵੱਡੀਆਂ ਖੁਸ਼ੀਆਂ ਲੱਭ ਲੈਂਦੇ ਨੇ। ਕਈ ਵੱਡੀਆਂ ਖੁਸ਼ੀਆਂ ਤੋਂ ਵੀ ਖੁਸ਼ ਨਹੀਂ ਹੁੰਦੇ। ਗੁਰਮੁਖ ਜਿਹੜੇ ਨੇ ਉਹ ਕਿਸੇ ਚੀਜ਼ ਦੇ ਹੋਣ ਕਰਕੇ ਕਦੇ ਵੀ ਖੁਸ਼ ਨਹੀਂ ਹੁੰਦੇ। ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾ। ਪਰਵਾਹ ਵੀ ਨਹੀਂ ਕਰਦੇ ਕਿਸੇ ਦੀ। ਬਿਲਕੁਲ ਇਹੋ ਜਿਹੀ ਜਿਹੜੀ ਲਾਈਫ ਆ ਨਾ, ਮੰਨ ਲਓ ਤੁਸੀਂ ਕਿਸੇ ਚੀਜ਼ ਕਰਕੇ ਖੁਸ਼ ਹੋ, ਕੱਲ ਨੂੰ ਉਹ ਨਾ ਰਹੀ ਤੇ ਉਹਨੇ ਤੁਹਾਨੂੰ ਉਦਾਸ ਕਰ ਦੇਣਾ। ਇੱਦਾਂ ਹੀ ਹੁੰਦਾ। ਕਈ ਵਾਰ ਐਸੀਆਂ ਚੀਜ਼ਾਂ ਨੇ ਛੱਡਣੀਆਂ ਪੈਂਦੀਆਂ ਨੇ। ਜਦੋਂ ਕਿਸੇ ਚੀਜ਼ ਨੂੰ ਜਦੋਂ ਫੜ ਲੈਂਦੇ ਆ, ਫਿਰ ਬੰਦਾ ਬੜਾ ਹੀ ਦੁਖੀ ਹੁੰਦਾ। ਮਹਾਰਾਜ ਕਹਿੰਦੇ ਇਹਨੂੰ ਅਸੀਂ ਮੋਹ ਕਹਿੰਦੇ ਆ। ਕਿਸੇ ਚੀਜ਼ ਨਾਲ ਮੋਹ ਹੋਣਾ,
ਇਹਦੇ ਨਾਲ ਬੰਦਾ ਬੰਧਨਾਂ 'ਚ ਪੈਂਦਾ। ਜਿਹਨੂੰ ਚੀਜ਼ ਨੂੰ ਤੁਸੀਂ ਘੁੱਟ ਕੇ ਫੜ ਲਿਆ, ਛੱਡਣੀ ਪੈ ਗਈ ਜਾਂ ਛਡਵਾ ਲਈ ਕਿਸੇ ਨੇ, ਕਿਉਂਕਿ ਮੌਤ ਨੇ ਤਾਂ ਛਡਵਾ ਹੀ ਲੈਣੀ ਆ ਨਾ ਇੱਕ ਦਿਨ। ਮਕਾਨ ਨੂੰ ਜੱਫੀ ਪਾਈ, ਪੈਸਿਆਂ ਨੂੰ ਘੁੱਟ ਕੇ ਫੜਿਆ, ਛਾਤੀ ਨਾਲ ਲਾਇਆ ਹੋਇਆ, ਸਾਰੀਆਂ ਚੀਜ਼ਾਂ ਛੱਡਣੀਆਂ ਪੈਣੀਆਂ ਮਨਾ। ਇੱਕ ਦਿਨ ਆਵੇਗਾ ਜਿਹੜੀਆਂ ਚੀਜ਼ਾਂ ਘੁੱਟ ਕੇ ਛਾਤੀ ਨਾਲ ਲਾਈਆਂ ਹੋਈਆਂ ਨੇ ਉਹ ਨਹੀਂ ਰਹਿਣਗੀਆਂ। ਪਤਾ ਕਿਉਂ? ਛਾਤੀ ਨਹੀਂ ਰਹਿਣੀ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਜਿਹੜੀਆਂ ਚੀਜ਼ਾਂ ਹੱਥ ਵਿੱਚ ਫੜੀਆਂ ਨੇ ਅੱਜ, ਉਹ ਸਦਾ ਨਹੀਂ ਰਹਿਣੀਆਂ। ਕਿਉਂ? ਕਿਉਂਕਿ ਹੱਥ ਵੀ ਨਹੀਂ ਰਹਿਣੇ ਇੱਕ ਦਿਨ, ਇਹ ਵੀ ਸਵਾਹ ਹੋ ਜਾਣਗੇ। ਇਹ ਤਨ ਹੋਏਗੋ ਭਸਮ ਕੀ ਢੇਰੀ। ਤਾਂ ਕਰਕੇ ਨਾ ਗੁਰੂ ਪਿਆਰਿਓ, ਸਾਨੂੰ ਆਪਣੀ ਜ਼ਿੰਦਗੀ ਜਿਹੜੀ ਆ ਉਹਨੂੰ ਸੁਚੱਜਾ ਬਣਾਉਣ ਲਈ ਗੁਰੂ ਦੀ ਬਾਣੀ ਨਾਲ ਪਹਿਲਾਂ ਆਪ ਜੁੜਨਾ ਚਾਹੀਦਾ, ਫਿਰ ਸਾਡੇ ਬੱਚੇ ਜੁੜਨਗੇ। ਅਸੀਂ ਆਪ ਨਹੀਂ ਜੁੜੇ, ਕਈ ਮਾਂ ਪਿਓ ਆਪ ਨਹੀਂ ਜੁੜੇ ਹੁੰਦੇ, ਉਹ ਕਹਿੰਦੇ ਸਾਡੇ ਬੱਚਿਆਂ ਨੂੰ ਬਾਣੀ ਨਾਲ ਜੋੜ ਦਿਓ। ਦੂਜਾ ਕੋਈ ਕਿਵੇਂ ਜੋੜੇਗਾ? ਤੁਸੀਂ ਆਪ ਜੁੜੋਗੇ, ਤੁਹਾਡੇ ਬੱਚੇ ਜੁੜਨਗੇ, ਤੁਹਾਡੇ ਪੋਤੇ ਜੁੜਨਗੇ, ਦੋਤੇ ਦੋਤੀਆਂ, ਸਾਰਿਆਂ ਨਾਲ ਜਿਨ੍ਹਾਂ ਨਾਲ ਬੜਾ ਲਾਡ ਪਿਆਰ ਹੁੰਦਾ ਉਹ ਜੁੜ ਜਾਣਗੇ। ਇਹ ਤੁਸੀਂ ਨਹੀਂ ਜੁੜੇ, ਉਹ ਕਿਵੇਂ ਵਿਚਾਰੇ ਜੁੜਨਗੇ? ਤਾਂ ਹੀ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ, ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਹੇ ਮਾਂ, ਮੈਂ ਇਹ ਕਹਿਣਾ, ਜੇ ਤੂੰ ਬੰਦਗੀ ਨਹੀਂ ਕਰ ਸਕਦੀ ਤਾਂ ਤੇਰੀ ਕੁੱਖ ਬਾਂਝ ਰਹੇ ਤਾਂ ਬਿਹਤਰ ਹੋਵੇਗਾ। ਨਹੀਂ ਤੂੰ ਉਹਨਾਂ ਨੂੰ ਜਨਮ ਦੇ ਦੇਂਗੀ ਜਿਹੜੇ ਧਰਤੀ ਤੇ ਭਾਰ ਹੀ ਬਣਨਗੇ, ਹੋਰ ਕੁਝ ਨਹੀਂ ਬਣਨਗੇ। ਗੁਰੂ ਦਾ ਇਹ ਸ਼ਰਾਪ ਨਹੀਂ ਹੈਗਾ ਕਿ ਇੱਕ ਮਾਂ ਨੂੰ ਕਹਿ ਰਹੇ ਆ ਕਿ ਤੂੰ ਬਾਂਝ ਹੋਵੇਂ, ਇੱਦਾਂ ਤੇਰਾ ਜੀਵਨ ਹੋਵੇ। ਗੁਰੂ ਮਹਾਰਾਜ ਅਸੀਸ ਦੇ ਰਹੇ ਨੇ ਕਿ ਤੂੰ ਬੰਦਗੀ ਕਰਕੇ ਕਿਸੇ ਬੱਚੇ ਨੂੰ ਜਨਮ ਦੇ, ਉਹ ਤੇਰੀ ਵੀ ਸਾਂਭ ਸੰਭਾਲ ਕਰੇਗਾ, ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕੁਝ ਕਰਕੇ ਜਾਵੇਗਾ। ਇਹ ਇੱਕ ਅਸੀਸ ਹੈ। ਦੇਖਣ ਨੂੰ ਲੱਗਦਾ ਗੁਰੂ ਰਾਮਦਾਸ ਜੀ ਕਿਉਂ ਕਹਿ ਰਹੇ ਨੇ ਮਾਤ ਕੀਜੈ ਹਰ ਬਾਂਝਾ, ਕਿਉਂ ਕਹਿ ਰਹੇ ਨੇ? ਉਹ ਨਹੀਂ ਚਾਹੁੰਦੇ ਕਿ ਧਰਤੀ ਤੇ ਕੀੜੇ ਮਕੌੜਿਆਂ ਦਾ ਜਨਮ ਹੋਵੇ। ਅਸਲ 'ਚ ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਇੱਕ ਬੱਚੇ ਨੂੰ ਜਨਮ ਦੇਣ ਸਮੇਂ ਜਿਤਨੀ ਪੀੜਾ ਹੁੰਦੀ ਹੈ ਇੱਕ ਮਾਂ ਨੂੰ, ਇਕੱਠੇ ਕਹਿੰਦੇ ਕਿ ਬਹੁਤ ਸਾਰੇ ਬਿੱਛੂ ਹੋਣ, ਉਹਨਾਂ ਦਾ ਡੰਗ ਬੰਦਿਆਂ ਨੂੰ ਵੱਜੇ, ਇੱਕ ਬਿੱਛੂ ਦਾ ਡੰਗ ਕਿੰਨਾ ਹੁੰਦਾ, ਇਤਨੀ ਪੀੜਾ ਹੁੰਦੀ ਆ। ਜੇ ਤੂੰ ਇਤਨੀ ਪੀੜਾ ਝੱਲਣੀ ਹੋਈ ਆ ਤਾਂ ਫਿਰ ਤੇਰੀ ਕੁੱਖ 'ਚ ਬੰਦਗੀ ਆ। ਜੇ ਤੂੰ ਨੂਰ ਗਵਾਉਣਾ ਹੀ ਆ ਬੱਚੇ ਨੂੰ ਜਨਮ ਦੇ ਕੇ, ਕਿਉਂਕਿ ਉਹੋ ਜਿਹਾ ਰੂਪ ਨਹੀਂ ਰਹਿੰਦਾ, ਸੁਹੱਪਣ ਨਹੀਂ ਰਹਿੰਦਾ, ਫਿਰ ਤੂੰ ਚੰਗੇ ਭਲੇ ਬੱਚੇ ਨੂੰ ਜਨਮ ਦੇ ਬੰਦਗੀ ਕਰਕੇ। ਬੰਦਗੀ ਤੋਂ ਬਿਨਾਂ ਬੱਚਾ, ਉਹਦਾ ਸੁਭਾਅ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਜਿੰਨਾ ਵਰਗਾ ਉਹਦਾ ਸੁਭਾਅ ਹੋਏਗਾ, ਪ੍ਰੇਤ ਵਰਗਾ ਉਹਦਾ ਸੁਭਾਅ ਹੋਏਗਾ, ਤੇਰੇ ਮੂਹਰੇ ਬੋਲੇਗਾ, ਹੋਰਾਂ ਦੇ ਦਿਲ ਤੋੜੇਗਾ। ਕਹਿਣ ਦਾ ਭਾਵ ਕਿ ਕੀੜੇ ਮਕੌੜਿਆਂ ਨੂੰ ਜਨਮ ਦੇਣ ਨਾਲ ਕੀ ਹੁੰਦਾ? ਜਨਮ ਦੇਣਾ ਤੇ ਕਿਸੇ ਭਗਤ ਨੂੰ ਦੇ, ਜਨਮ ਦੇਣਾ ਕਿਸੇ ਯੋਧੇ ਨੂੰ ਦੇ, ਜਨਮ ਦੇਣਾ ਕਿਸੇ ਰੱਬ ਦੇ ਪਿਆਰੇ ਨੂੰ ਦੇ। ਇਹ ਸਿਖਾ ਰਹੇ ਗੁਰੂ ਰਾਮਦਾਸ ਜੀ। ਫਕੀਰ ਜਿਹੜੇ ਹੁੰਦੇ ਨੇ ਬਹੁਤ ਬੇਪਰਵਾਹ ਹੁੰਦੇ ਨੇ। ਪਤਾ ਕਿਉਂ ਹੁੰਦੇ ਨੇ? ਉਹਨਾਂ ਦੀਆਂ ਮਾਵਾਂ ਨੇ ਬੰਦਗੀ ਕੀਤੀ ਸੀ ਕਿਸੇ ਵੇਲੇ, ਤਾਂ ਹੀ ਉਹਨਾਂ ਦੀ ਕੁੱਖ ਤੋਂ ਐਸੇ ਗੁਰਮੁਖ ਜਨਮ ਲੈਂਦੇ ਨੇ। ਜਿਵੇਂ ਆਪਾਂ ਸ਼ੁਰੂ ਤੋਂ ਜੇ ਦੇਖੀਏ ਇਤਿਹਾਸ ਵਿੱਚ ਸਾਡੇ, ਤੇ ਹਰੀ ਸਿੰਘ ਨਲੂਆ ਜੀ ਹੋਏ, ਮਹਾਰਾਜਾ ਰਣਜੀਤ ਸਿੰਘ ਜੀ ਨੇ, ਤੇ ਇੱਦਾਂ ਕਰਕੇ ਸਾਰੇ ਯੋਧੇ ਨੇ। ਜੇ ਭਗਤ ਦੇਖੀਏ, ਭਗਤ ਪੂਰਨ ਸਿੰਘ ਜੀ ਨੇ, ਇਹਨਾਂ ਪਿੰਗਲਵਾੜੇ ਦੀ ਸੇਵਾ ਕੀਤੀ। ਇਹ ਸਭ ਕਿਵੇਂ ਹੋ ਜਾਂਦਾ? ਸ਼ੇਖ ਫਰੀਦ ਜੀ ਨੇ, ਭਗਤ ਰਵਿਦਾਸ ਜੀ ਨੇ, ਭਗਤ ਬੇਣੀ ਸਦਨਾ ਸੈਨ ਆਦਿ ਨੇ, ਇਹਨਾਂ ਦੀਆਂ ਮਾਵਾਂ ਨੇ ਬੰਦਗੀ ਕੀਤੀ। ਕੁੱਖ ਵਿੱਚ ਬੰਦਗੀ ਸੀ ਤੇ ਇਹਨਾਂ ਦੇ ਮੁੱਖ 'ਚ ਬੰਦਗੀ ਹੈ ਬਾਅਦ ਵਿੱਚ। ਇਸ ਕਰਕੇ ਕਹਿਣਾ ਪੈਂਦਾ ਧੰਨ ਧੰਨ ਜਨਨੀ ਜਿਨ ਗੁਰੂ ਜਣਿਆ ਮਾਏ। ਹਮੇਸ਼ਾ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਵੇਂ ਔਰਤਾਂ ਸੰਤ ਨਹੀਂ ਹੁੰਦੀਆਂ, ਬਹੁਤ ਘੱਟ ਆ, ਕਦੇ ਕਦੇ ਔਰਤਾਂ ਸੰਤ ਹੋਈਆਂ,
ਕਿਤੇ ਕਿਤੇ ਰਾਵੀਆ ਜੈਸੀ, ਕਿਤੇ ਕਿਤੇ ਦੇਖਣ ਨੂੰ ਮਿਲਦਾ। ਔਰਤਾਂ ਸੰਤ ਘੱਟ ਹੋਈਆਂ ਨੇ, ਮਰਦ ਸੰਤ ਜ਼ਿਆਦਾ ਹੋਏ ਨੇ। ਤਾਂ ਕਹਿੰਦੇ ਔਰਤਾਂ ਘੱਟ ਨਹੀਂ, ਇਹਨਾਂ ਨੇ ਸੰਤਾਂ ਨੂੰ ਜਨਮ ਦਿੱਤਾ ਹੈ। ਔਰਤਾਂ ਦੀ ਵੀ ਇੱਜ਼ਤ ਕਰੋ। ਭਾਵੇਂ ਔਰਤਾਂ ਇਤਿਹਾਸ ਵਿੱਚ ਦੇਖੀਏ ਸੰਤ ਨਹੀਂ ਹੋਈਆਂ, ਥੋੜ੍ਹੀਆਂ ਹੀ ਹੋਈਆਂ ਨੇ, ਉਹ ਵੀ ਉਂਗਲਾਂ 'ਤੇ ਗਿਣੀਆਂ ਜਾ ਸਕਦੀਆਂ, ਕੁਝ ਕੁ ਨੇ। ਪਰ ਔਰਤਾਂ ਦੀ ਇੱਜ਼ਤ ਇਸ ਕਰਕੇ ਕਰੋ ਕਿਉਂਕਿ ਇਹਨਾਂ ਨੇ ਭਗਤਾਂ ਨੂੰ ਜਨਮ ਦਿੱਤਾ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ, ਜਿਹੜੀ ਰਾਜਿਆਂ ਨੂੰ ਜਨਮ ਦੇ ਸਕਦੀ ਹੈ, ਭਗਤਾਂ ਨੂੰ ਜਨਮ ਦੇ ਸਕਦੀ ਆ, ਉਹਨਾਂ ਕੋਲੋਂ ਕੋਖਾ। ਭਾਵੇਂ ਸੰਤ ਨਹੀਂ ਹੋਈਆਂ, ਥੋੜ੍ਹੀਆਂ ਨੇ ਗਿਣਤੀ 'ਚ, ਰਾਵੀਆ ਜੈਸੀ। ਕਦੇ ਕਦੇ ਇਸ ਕਰਕੇ ਗੁਰੂ ਮਹਾਰਾਜ ਸਾਨੂੰ ਇਹ ਕਹਿ ਰਹੇ ਨੇ ਕਿ ਹੇ ਮਾਂ, ਤੇਰੀ ਕੁੱਖ 'ਚ ਬੰਦਗੀ ਹੋਵੇ ਤੇ ਧਰਤੀ ਵਿੱਚ ਜਿਹੜੇ ਬੱਚੇ ਹੋਣਗੇ ਉਹ ਸਵਰਗ ਲੈ ਕੇ ਆਉਣਗੇ। ਤੇਰੀ ਕੁੱਖ 'ਚ ਬੰਦਗੀ ਨਹੀਂ, ਧਰਤੀ 'ਤੇ ਜਿਹੜੇ ਬੱਚੇ ਹੋਣਗੇ ਉਹ ਕੁੱਖ ਦੇ ਵਿੱਚੋਂ ਬਾਹਰ ਆ ਕੇ ਉਹ ਨਰਕ ਬਣਾ ਦੇਣਗੇ। ਭਾਰੀ ਭੋਈ ਅਕ੍ਰਿਤ ਕਣ ਮੰਦੀ ਹੂੰ ਮੰਦੇ, ਹਰ ਕੀਰਤ ਕਲ ਯੁਗ ਪਦ ਊਤਮ, ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਮੈਂ ਸਦਕੇ ਹਾਂ, ਮੈਂ ਵਾਰੇ ਵਾਰੇ ਜਾਂਦਾ ਹਾਂ ਗੁਰੂ ਤੋਂ, ਜਿਹਨੇ ਮੈਨੂੰ ਗੁਪਤ ਰੂਪ ਦੇ ਵਿੱਚ ਨਾਮ ਦਾ ਪ੍ਰਗਾਸ ਮੇਰੇ ਹਿਰਦੇ 'ਚ ਕੀਤਾ, ਜਿਹਨੇ ਮੇਰੇ ਅੰਦਰ ਹੀ ਉਹ ਅਨਹਦ ਵਾਜੇ ਜਿਹੜੇ ਨੇ ਵਜਾ ਦਿੱਤੇ ਨੇ। ਹੁਣ ਮੈਂ ਸਦਾ ਹੀ ਆਪਣੇ ਸਹਿਜ ਸੁਭਾਅ 'ਚ ਰਹਿੰਦਾ ਹਾਂ। ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲ ਵਿਖ ਗਏ ਗਵਾਜਾ। ਕਈ ਵਾਰੀ ਇਵੇਂ ਹੁੰਦਾ, ਕਈ ਚੀਜ਼ ਅਸੀਂ ਰੱਖ ਕੇ ਭੁੱਲ ਜਾਂਦੇ ਹਾਂ ਘਰ ਦੇ ਵਿੱਚ, ਉਹ ਗਵਾਚ ਜਾਂਦੀ ਆ, ਮੁੜ ਕੇ ਲੱਭਦੀ ਨਹੀਂ। ਗੁਰੂ ਮਹਾਰਾਜ ਕਹਿੰਦੇ ਮੈਂ ਕਲੇਸ਼ ਰੱਖ ਕੇ ਕਿਤੇ ਭੁੱਲ ਗਿਆ, ਉਹ ਲੱਭਿਆ ਹੀ ਨਹੀਂ ਮੁੜ ਕੇ। ਮੈਂ ਚਿੰਤਾ ਰੱਖ ਕੇ ਕਿਤੇ ਭੁੱਲ ਗਿਆ, ਮੁੜ ਕੇ ਨਹੀਂ ਲੱਭੀ। ਗੁਰੂ ਜੀ ਜਦੋਂ ਤੁਹਾਡੇ ਦਰਸ਼ਨ ਹੋ ਗਏ, ਬਾਣੀ ਮੈਂ ਭਾਵ ਕੀ ਅੰਦਰ ਵਸਾਲੀ, ਚਿੰਤਾ ਐਸੀ ਜਗ੍ਹਾ ਰੱਖੀ, ਮੁੜ ਕੇ ਲੱਭੀ ਨਹੀਂ, ਲੋੜ ਹੀ ਨਹੀਂ ਪਈ ਉਹਦੀ, ਗਵਾਚ ਗਈ। ਕਿਲਵਿਖ ਕਹਿੰਦੇ ਨੇ ਨਿੱਤ ਦੇ ਕਲੇਸ਼ਾਂ ਨੂੰ, ਝਗੜਿਆਂ ਨੂੰ, ਸਾਂਸਿਆਂ ਨੂੰ, ਇਹ ਵੀ ਮੇਰੇ ਗਵਾਚ ਹੀ ਗਏ। ਕਿਲਵਿਖ ਗਏ ਗਵਾਜਾ, ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਸਤਿਗੁਰ ਜੀ ਐਸੇ ਸ਼ਾਹ ਨੇ, ਸ਼ਹਿਨਸ਼ਾਹ ਨੇ, ਜਿਨ੍ਹਾਂ ਤੋਂ ਮੈਂ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ੍ਹਾਂ ਤੋਂ ਗੁਣ ਮੈਂ ਲਏ, ਗੁਣਾਂ ਦੇ ਨਾਲ ਸਾਂਝ ਕੀਤੀ, ਹੌਲੀ 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 ਮੈਂ ਵੀ ਗੁਣਾਂ ਦਾ ਸਾਗਰ ਬਣ ਗਿਆ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਇਹ ਸ਼ਹਿਨਸ਼ਾਹਾਂ ਤੋਂ ਵੀ ਉੱਪਰ ਹੁੰਦੇ ਨੇ। ਨਾ ਤਾਂ ਇਹਨਾਂ ਨੂੰ ਕਿਸੇ ਦੀ ਪਰਵਾਹ ਹੁੰਦੀ ਆ, ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾ। ਰੱਬ ਤੋਂ ਬਿਨਾਂ ਇਹ ਕਿਸੇ ਤੋਂ ਨਹੀਂ ਡਰਦੇ ਹੁੰਦੇ, ਬੇਪਰਵਾਹ ਹੁੰਦੇ ਨੇ। ਇੱਦਾਂ ਹੀ ਸਾਈਂ ਮੀਆਂ ਮੀਰ ਜੀ ਦੀ ਜੀਵਨ ਦੀ ਇੱਕ ਘਟਨਾ ਹੈ। ਇਹਨਾਂ ਨੇ ਬੜੀ ਬੰਦਗੀ ਕੀਤੀ, ਗੁਰੂ ਅਰਜਨ ਦੇਵ ਜੀ ਨਾਲ ਬੜਾ ਇਹਨਾਂ ਦਾ ਪਿਆਰ ਸੀ। ਬਾਅਦ ਵਿੱਚ 6ਵੇਂ ਪਾਤਸ਼ਾਹ ਜੀ ਨੂੰ ਜਦੋਂ ਜਹਾਂਗੀਰ ਨੇ ਕੈਦ ਕਰ ਲਿਆ ਨਾ, ਇਹਨਾਂ ਨੂੰ ਗੱਲ ਚੰਗੀ ਨਹੀਂ ਸੀ ਲੱਗੀ। ਬਾਦਸ਼ਾਹ ਜਹਾਂਗੀਰ ਦੀ ਗੱਲ ਚੰਗੀ ਨਹੀਂ ਸੀ ਲੱਗੀ। ਇੱਕ ਦਿਨ ਬਾਦਸ਼ਾਹ ਨੇ ਇਹਨਾਂ ਨੂੰ ਕੋਲ ਬੁਲਾਇਆ ਦਿੱਲੀ। ਉਦੋਂ ਇਹ ਪਹਿਲੀ ਵਾਰ ਜਦੋਂ ਗਏ ਨੇ, ਉਹਨਾਂ ਦੇ ਕਹਿਣ 'ਤੇ ਚਲੇ ਤਾਂ ਗਏ, ਉੱਥੇ 1-2 ਦਿਨ ਰਹੇ। ਜਦੋਂ ਵਾਪਸ ਆਉਣ ਲੱਗੇ ਤੇ ਜਹਾਂਗੀਰ ਕਹਿਣ ਲੱਗਾ, ਕਹਿੰਦਾ ਸਾਈਂ ਜੀ, ਮੀਆਂ ਜੀ, ਕੁਝ ਮੰਗ ਲਓ, ਮੈਂ ਤੁਹਾਨੂੰ ਦੇ ਦਾਂਗਾ। ਕੁਝ ਮੰਗੋ ਤੇ ਮੈਂ ਤੁਹਾਨੂੰ ਦੇ ਦਾਂਗਾ। ਇਹਨਾਂ ਆਖਿਆ ਸੀ ਤੂੰ ਪੱਕਾ ਹੀ ਦੇਵੇਂਗਾ, ਪੱਕਾ ਦੇ ਦੇਵੇਂਗਾ ਜੋ ਮੈਂ ਮੰਗਾਂਗਾ। ਉਹ ਕਹਿੰਦੇ ਸੀ ਕੋਈ ਸ਼ੱਕ ਨਹੀਂ, ਬੇਸ਼ੱਕ, ਚੱਜਕੋ ਨਾ ਸੰਗੋ ਨਾ, ਤੁਸੀਂ ਫਕੀਰ ਹੋ, ਬੰਦਗੀ ਵਾਲੇ, ਮੰਗੋ ਕੀ ਮੰਗਦੇ ਹੋ। ਮੀਆਂ ਜੀ ਨੇ, ਸਾਈਂ ਜੀ ਨੇ ਪਤਾ ਕੀ ਆਖਿਆ ਸੀ, ਕਹਿੰਦੇ ਮੈਨੂੰ ਭੁੱਲ ਕੇ ਵੀ ਕਦੇ ਦੁਬਾਰਾ ਨਾ ਬੁਲਾਈ, ਪਰਵਾਹ ਨਾਹੀਂ ਕਿਸੇ ਕੇਰੀ, ਬਾਝ ਸੱਚੇ ਨਾ। ਮੁੜ ਕੇ ਮੈਨੂੰ ਕਦੇ ਨਾ ਬੁਲਾਈ, ਅੱਜ ਤਾਂ ਬੁਲਾ ਲਿਆ ਦਿੱਲੀ, ਮੁੜ ਕੇ ਨਾ ਬੁਲਾਈ, ਪਰਵਾਹ ਨਾਹੀਂ ਕਿਸੇ ਕੇਰੀ। ਜਹਾਂਗੀਰ ਬੜਾ ਕੱਚਾ ਹੋ ਗਿਆ, ਕਹਿਣ ਲੱਗਾ ਇਹਨਾਂ ਨੇ ਕੀ ਮੰਗ ਲਿਆ।
ਫਿਰ ਸਾਈਂ ਮੀਆਂ ਮੀਰ ਜੀ ਕਦੇ ਨਹੀਂ ਉਹਨੂੰ ਮਿਲਣ ਗਏ, ਕਿਉਂਕਿ ਉਹ ਨਿਰਾਸ਼ ਸੀ ਇਸ ਗੱਲ ਤੋਂ ਕਿ ਗੁਰੂ ਮਹਾਰਾਜ ਨੂੰ ਇਹਨੇ ਕੈਦ 'ਚ ਕਿਉਂ ਰੱਖਿਆ ਹੋਇਆ। ਉਹ ਬੇਪਰਵਾਹ ਹੁੰਦੇ ਨੇ, ਭਾਵ ਕਿ ਇੱਕ ਉਹ ਦਿੱਲੀ ਦਾ ਬਾਦਸ਼ਾਹ ਜਹਾਂਗੀਰ ਤਾਂ ਉਹਨੂੰ ਕਹਿ ਰਹੇ ਆ ਮੈਨੂੰ ਕਦੇ ਨਾ ਬੁਲਾਈ। ਉਹ ਫਿਰ ਆਪ ਤਾਂ ਆਉਂਦਾ ਰਿਹਾ, ਪਰ ਸਾਈਂ ਜੀ ਨਹੀਂ ਕਦੇ ਗਏ ਉਹਦੇ ਕੋਲੇ। ਉਹ ਆਪ ਦਰਸ਼ਨ ਕਰਨ ਆਉਂਦਾ ਰਿਹਾ, ਸਾਈਂ ਮੀਆਂ ਮੀਰ ਜੀ ਕਦੇ ਨਹੀਂ ਗਏ। ਤਾਂ ਇਹੋ ਜਿਹੇ ਜਿਹੜੇ ਫਕੀਰ ਨੇ, ਇਹ ਫਕੀਰ ਤਾਂ ਨੇ, ਇਹਨਾਂ ਦੀਆਂ ਮਾਵਾਂ ਨੇ ਕੁੱਖ ਦੇ ਵਿੱਚ ਕਿਸੇ ਸਮੇਂ ਬੰਦਗੀ ਕੀਤੀ ਸੀ, ਇਹਨਾਂ ਨੇ ਬਾਹਰ ਆ ਕੇ ਸੋਨੇ ਤੇ ਸੁਹਾਗਾ ਫੇਰਿਆ। ਇਸ ਕਰਕੇ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਬੱਚਿਆਂ ਨੂੰ ਜੋੜ ਸਕਦੀਆਂ ਨੇ ਚੰਗੇ ਪਾਸੇ ਵੀ, ਪਰ ਉਦੋਂ ਹੀ ਜਦੋਂ ਉਹ ਆਪ ਜੁੜੀਆਂ ਹੁੰਦੀਆਂ ਨੇ। ਕਹਿੰਦੇ ਨੇ ਖੂਬਸੂਰਤ ਔਰਤਾਂ ਕੁਝ ਹੋਰ ਹੁੰਦੀਆਂ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੀਆਂ ਹੋਣ। ਇੱਕ ਮੈਂ ਕਵਿਤਾ ਪੜ੍ਹ ਰਿਹਾ ਸੀ, ਬਹੁਤ ਹੀ ਡੂੰਘੀ ਗੱਲ ਲਿਖੀ ਆ। ਕਹਿੰਦੇ ਖੂਬਸੂਰਤ ਔਰਤਾਂ ਕੁਝ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਉਹਨਾਂ ਦੇ ਚਿਹਰੇ 'ਤੇ ਸੁਹੱਪਣ ਹੀ ਹੋਵੇ। ਮਹਾਰਾਜ ਉਹਨੂੰ ਨਹੀਂ ਸੋਹਣਾ ਮੰਨਦੇ ਜਿਹੜੇ ਰੰਗ ਰੂਪ ਚੇਨ ਚੱਕਰ ਨੈਣ ਨਕਸ਼ ਕਰਕੇ ਸੋਹਣੇ ਨੇ। ਗੁਰੂ ਮਹਾਰਾਜ ਉਹਨੂੰ ਸੋਹਣਾ ਕਹਿੰਦੇ ਨੇ ਜਿਹੜੇ ਸੰਗਤ ਚਾਹੁੰਦੇ ਨੇ, ਜਿਹੜੇ ਦਿਲ ਤੋਂ ਸੰਗਤ ਕਰਦੇ ਨੇ। ਤਾਂ ਉਹ ਹਰ ਇੱਕ ਔਰਤ ਖੂਬਸੂਰਤ ਹੈ ਜਿਹੜੀ ਭਗਤਾਂ ਨੂੰ ਜਨਮ ਦਿੰਦੀ ਹੈ। ਉਹ ਹਰ ਇੱਕ ਔਰਤ ਖੂਬਸੂਰਤ ਹੈ ਜਿਹਨੇ ਗੁਰੂਆਂ ਨੂੰ ਜਨਮ ਦਿੱਤਾ। ਧੰਨ ਨੇ ਉਹ ਮਾਵਾਂ, ਉਹ ਸਾਰੀਆਂ ਮਾਵਾਂ ਦੁਨੀਆ ਦੀਆਂ ਖੂਬਸੂਰਤ ਨੇ, ਸਾਰੇ ਜਹਾਨ ਤੋਂ ਸੋਹਣੀਆਂ ਨੇ, ਜਿਨ੍ਹਾਂ ਨੇ ਭਗਤ ਰਵਿਦਾਸ ਜੀ, ਭਗਤ ਫਰੀਦ ਜੀ, ਭਗਤ ਸਦਨਾ ਜੀ, ਭਗਤ ਸੈਨ ਜੀ, ਭਗਤ ਤਿਰਲੋਚਨ ਜੀ, ਭਗਤ ਪੀਪਾ ਜੀ, ਭਗਤ ਬੇਣੀ ਜੀ, ਭਗਤ ਸੈਣ ਜੀ ਆਦਿ ਸਾਰੇ ਭਗਤਾਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਹੈ, ਭਗਤ ਨਾਮਦੇਵ ਜੀ ਵਰਗਿਆਂ ਨੂੰ। ਖੂਬਸੂਰਤ ਔਰਤਾਂ ਕੁਝ ਹੋਰ ਹੁੰਦੀਆਂ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੀਆਂ ਹੋਣ। ਪਤਾ ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ ਬੰਦਗੀ ਕਰਦੀਆਂ ਨੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਸੋਹਣੇ ਨੇ ਗੁਰੂ ਜੋ ਤੇਰੇ ਕੋਲ ਆਉਂਦੇ ਨੇ। ਸਚਿਆਰ ਸਿੱਖ ਜਿਹੜੇ ਨੇ, ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਸਾਰੀਆਂ ਗੱਲਾਂ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ ਕਲੀਅਰ ਹੋ ਚੁੱਕੀਆਂ ਹਨ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਅਸੀਂ ਕੂੜ ਦੇ ਭਰੇ ਹੋਏ ਹਾਂ ਜੀ, ਸਾਡੀ ਕੂੜ ਦੀ ਕੰਧ ਕਿਵੇਂ ਟੁੱਟੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿ ਕੇ ਮੈਂ ਮਾੜਾ ਬੀਜਾਂਗਾ ਮਾੜਾ ਹੀ ਵੱਢਾਂਗਾ, ਹੁਕਮ ਹੈ। ਮੈਂ ਕਿਸੇ ਨੂੰ ਇੱਜ਼ਤ ਨਹੀਂ ਦੇਵਾਂਗਾ, ਇੱਜ਼ਤ ਮੈਨੂੰ ਨਹੀਂ ਮਿਲੇਗੀ, ਹੁਕਮ ਹੈ। ਮੈਂ ਮਨ 'ਚ ਕਿਸੇ ਪ੍ਰਤੀ ਈਰਖਾ ਰੱਖਾਂਗਾ, ਮੈਂ ਖੁਸ਼ ਨਹੀਂ ਰਹਿ ਸਕਦਾ ਕਦੇ ਵੀ। ਮੈਂ ਕਿਸੇ ਲਈ ਇਹ ਕਹਿ ਰਿਹਾ ਉਹ ਬੰਦੇ ਦੀ ਇੱਜ਼ਤ ਨਾ ਰਹੇ, ਉਹ ਬੰਦੇ ਦੇ ਸਿਰ 'ਤੇ ਪੱਗ ਨਹੀਂ ਰਹਿਣੀ ਚਾਹੀਦੀ, ਉਹਦੀ ਬੇਇੱਜ਼ਤੀ ਹੋਣੀ ਚਾਹੀਦੀ ਆ, ਮੈਂ ਇਹੀ ਸੋਚੀ ਜਾਂਦਾ, ਮੈਂ ਖੁਸ਼ ਕਿਵੇਂ ਰਹੂੰਗਾ। ਮੈਂ ਤਾਂ ਦੂਜਿਆਂ ਬਾਰੇ ਸੋਚੀ ਜਾਂਦਾ। ਇਸ ਕਰਕੇ ਮੈਂ ਕਹੀ ਜਾਂਦਾ, ਉਹਨੇ ਮੈਨੂੰ ਇਉਂ ਆਖਿਆ ਸੀ ਕਿਸੇ ਵੇਲੇ, ਉਹਨੇ ਮੈਨੂੰ ਇਹ ਆਖਿਆ ਸੀ, ਮੈਂ ਤਾਂ ਉਹੀ ਚੀਜ਼ਾਂ ਨਹੀਂ ਅੱਜ ਤੱਕ ਰੱਖੀਆਂ, ਸਾਂਭ ਕੇ ਛੱਡੀਆਂ ਹੀ ਨਹੀਂ, ਤਾਂ ਮੈਂ ਖੁਸ਼ ਕਿਵੇਂ ਰਹਿ ਲੂੰਗਾ। ਪਰ ਕਾ ਬੁਰਾ ਨਾ ਰਾਖੋ ਜੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਛੇਵੇਂ ਪਾਤਸ਼ਾਹ ਜੀ ਇੱਕ ਦਿਨ ਜਾ ਰਹੇ ਸੀ, ਨਾਲ ਉਹਨਾਂ ਦੇ ਸੂਰਮੇ, ਉਹਨਾਂ ਦੀ ਸਾਖੀ ਬੜੀ ਪਿਆਰੀ ਲੱਗੀ ਮੈਨੂੰ ਇਹ। ਤੇ ਉੱਥੇ ਇੱਕ ਗੰਦਗੀ ਦਾ ਢੇਰ ਸੀ, ਉਹਦੇ ਵਿੱਚ ਇੱਕ ਬੱਚਾ ਸੀ ਜੋ ਕਿ ਮਾਂ ਪਿਓ ਨੇ ਮਤਲਬ ਕਿ ਇੱਕ ਵਹਿਮ ਪੈ ਗਿਆ ਸੀ ਕਿ ਇਹ ਇੱਦਾਂ ਦਾ ਕਿਉਂ ਆ, ਇਹ ਜਨਮਿਆ ਤੇ ਇਹਦਾ ਕੋਝਾ ਬੜਾ ਹੈ, ਸੋਹਣਾ ਨਹੀਂ, ਉਹ ਸੁੱਟ ਦਿੱਤਾ। ਮਾਂ ਪਿਓ ਤਰ੍ਹਾਂ ਤਰ੍ਹਾਂ ਦੇ ਨੇ ਦੁਨੀਆ ਤੇ, ਪਰਮਾਤਮਾ ਦੀ ਇਹ ਬਣਾਈ ਦੁਨੀਆ, ਬਹੁ ਰੰਗੀ ਲੋਕ ਨੇ। ਉਹ ਬੱਚਾ ਸੁੱਟ ਦਿੱਤਾ, ਕਹਿੰਦੇ ਸੋਹਣਾ ਨਹੀਂ, ਕੋਝਾ ਹੈ, ਨੈਣ ਨਕਸ਼ ਦੇ ਬੜੇ ਡਰਾਉਣੇ ਜਿਹੇ ਨੇ। ਛੇਵੇਂ ਪਾਤਸ਼ਾਹ ਜੀ ਜਦੋਂ ਲੰਘੇ, ਇੱਕ ਬੱਚੇ ਦੀ ਆਵਾਜ਼ ਆਈ ਆ ਰੋਂਦੇ ਦੀ, ਉਹ ਕੂੜੇ ਦੇ ਢੇਰ 'ਚ ਸੁੱਟਿਆ ਹੋਇਆ ਕਿਸੇ ਨੇ। ਅੱਜ ਵੀ ਬਹੁਤੇ ਲੋਕ ਜਿਹੜੇ ਨੇ ਧੀਆਂ ਨੂੰ ਇੱਦਾਂ ਸੁੱਟ ਰਹੇ ਨੇ, ਸੁੱਟ ਦਿੰਦੇ ਨੇ। ਜੇ ਉਦੋਂ ਸੁੱਟਿਆ ਸੀ ਤੇ ਅੱਜ ਵੀ ਸੁੱਟ ਦਿੰਦੇ ਨੇ,
ਕਿ ਧੀ ਆ, ਇਹ ਧੀ ਨੇ ਜਨਮ ਲੈ ਲਿਆ। ਇੱਦਾਂ ਬਹੁਤ ਲੋਕ ਕਰਦੇ ਨੇ, ਤੁਸੀਂ ਸਾਰੇ ਜਾਣਦੇ ਹੋ। ਮੈਨੂੰ ਇਹਨਾਂ ਗੱਲਾਂ ਨੂੰ ਬਹੁਤਾ ਵਿਸਥਾਰ 'ਚ ਕਹਿਣ ਦੀ ਲੋੜ ਵੀ ਨਹੀਂ। ਤਾਂ ਛੇਵੇਂ ਪਾਤਸ਼ਾਹ ਜੀ ਕਹਿੰਦੇ, ਕੌਣ ਹੈ ਬੱਚਾ, ਇਹਨੂੰ ਚੁੱਕੋ। ਆਖਿਆ ਸੀ ਮਹਾਰਾਜ, ਇਹ ਗੰਦਗੀ ਦੇ ਢੇਰ 'ਚ ਪਿਆ ਇੱਕ ਗੰਦਾ ਜਿਹਾ ਬੱਚਾ ਹੈ, ਰੋ ਰਿਹਾ। ਗੁਰੂ ਸਾਹਿਬ ਜੀ ਕਹਿੰਦੇ ਸੀ, ਨਹੀਂ, ਇਹ ਗੰਦਾ ਨਹੀਂ ਹੈਗਾ, ਇਹ ਤਾਂ ਸੁਥਰਾ ਹੈ, ਇਹ ਸੋਹਣਾ ਬਣ ਜਾਏਗਾ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਨੈਣ ਨਕਸ਼ ਇਹਦੇ ਸੋਹਣੇ ਨਹੀਂ, ਡਰਾਉਣੇ ਨੇ ਭਾਵੇਂ, ਪਰ ਇਹ ਸੁਥਰੇ ਸ਼ਾਹ ਬਣੇਗਾ। ਆਪਾਂ ਕਹਿੰਦੇ ਹਾਂ ਗੰਦਗੀ ਦਾ ਆਪੋਜ਼ਿਟ ਜਿਹੜਾ ਸ਼ਬਦ ਹੈ, ਵਿਰੋਧੀ ਸ਼ਬਦ ਆ, ਉਹ ਹੈ ਸੁਥਰਾ, ਸੋਹਣਾ। ਸੁਥਰੇ ਸ਼ਾਹ ਜੀ ਬਣੇ ਬਾਅਦ ਚੋਂ। ਮਹਾਰਾਜ ਨੇ ਉਹਨੂੰ ਪਾਲਿਆ, ਉਹ ਬੱਚੇ ਨੂੰ ਜਿਹੜਾ ਗੰਦਗੀ 'ਚ ਕਿਸੇ ਨੇ ਸੁੱਟ ਦਿੱਤਾ ਸੀ। ਕਹਿੰਦੇ ਸੀ ਇਹ ਕੋਝਾ ਬੜਾ ਹੈ। ਤਾਂ ਗੁਰੂ ਮਹਾਰਾਜ ਨਾਲ ਫਿਰ ਉਹ ਰਿਹਾ ਸੀ। ਉਹਦੀਆਂ ਵੀ ਕਈ ਸਾਖੀਆਂ ਬਾਅਦ 'ਚ ਮਿਲਦੀਆਂ ਨੇ। ਗੁਰੂ ਸਾਹਿਬ ਜੀ ਇੱਕ ਦਿਨ ਕਥਾ ਕਰ ਰਹੇ ਸੀ ਦੀਵਾਨ ਵਿੱਚ, ਤਾਂ ਉਹ ਆ ਕੇ ਉੱਚੀ ਉੱਚੀ ਸਭ ਨੂੰ ਗਾਲਾਂ ਕੱਢ ਕੇ ਚਲਾ ਜਾਂਦਾ ਹੈ। ਸੰਗਤਾਂ ਫਿਰ ਕਹਿੰਦੀਆਂ, ਮਹਾਰਾਜ ਉਹ ਸੁਥਰਾ ਸ਼ਾਹ ਜਿਹੜਾ ਹੈ ਗਾਲਾਂ ਕੱਢ ਕੇ ਗਿਆ। ਮਹਾਰਾਜ ਨੇ ਬੁਲਾਇਆ। ਸਤਿਗੁਰੂ ਜੀ ਕਹਿੰਦੇ, ਤੂੰ ਗਾਲਾਂ ਕੱਢੀਆਂ ਨੇ ਸੰਗਤ ਨੂੰ? ਕਹਿੰਦੇ, ਹਾਂਜੀ ਮਹਾਰਾਜ, ਇਹਨਾਂ ਨੂੰ ਪੁੱਛੋ ਜਿਸ ਦਿਨ ਗਾਲਾਂ ਕੱਢੀਆਂ ਸੀ ਮੈਂ, ਉਸ ਦਿਨ ਦੀਵਾਨ ਵਿੱਚ ਕਾਹਦਾ ਇਤਿਹਾਸ ਚੱਲ ਰਿਹਾ ਸੀ, ਜਾਂ ਕਿਹੜੀ ਕਥਾ ਤੁਸੀਂ ਕਹੀ ਆ। ਕਹਿੰਦੇ ਸੀ, ਇਹ ਸਾਰੇ ਮਹਾਰਾਜ ਮੇਰੇ ਹੀ ਚੇਲੇ ਆ, ਤੁਹਾਡੇ ਚੇਲੇ ਨਹੀਂ ਹੈਗੇ, ਤੇ ਮੈਂ ਆਪਦੇ ਚੇਲਿਆਂ ਨੂੰ ਜੋ ਕਹਾਂ ਕਹਿ ਸਕਦਾ। ਇਹਨਾਂ ਨੂੰ ਗਾਲਾਂ ਕੱਢੀਆਂ ਯਾਦ ਨੇ, ਕਿਹੜੀਆਂ ਗਾਲਾਂ ਮੈਂ ਕੱਢੀਆਂ, ਤੁਹਾਡੇ ਬਚਨ ਇਹਨਾਂ ਨੂੰ ਯਾਦ ਨਹੀਂ। ਕਿਸੇ ਨੂੰ ਯਾਦ ਨਹੀਂ ਸੀ, ਗਾਲਾਂ ਹੀ ਯਾਦ ਸੀ, ਗੁਰੂ ਸਾਹਿਬ ਦੀ ਕਥਾ ਨਹੀਂ ਸੀ ਯਾਦ, ਛੇਵੇਂ ਪਾਤਸ਼ਾਹ ਜੀ ਨੇ ਜੋ ਕਹੀ ਸੀ। ਤਾਂ ਅਸੀਂ, ਮੈਂ ਕਹਿਣਾ ਇਹ ਚਾਹੁੰਦਾ, ਮਾੜੀਆਂ ਚੀਜ਼ਾਂ ਅਸੀਂ ਰੱਖ ਲੈਂਦੇ ਹਾਂ ਯਾਦ, ਚੰਗੀਆਂ ਚੀਜ਼ਾਂ ਸਾਥੋਂ ਰੱਖੀਆਂ ਨਹੀਂ ਜਾਂਦੀਆਂ, ਅਸੀਂ ਤਾਂ ਹੀ ਦੁਖੀ ਹੁੰਦੇ ਹਾਂ। ਅੱਜ ਤੋਂ 5 ਸਾਲ ਪਹਿਲਾਂ ਕਿਹੜੇ ਮਹੀਨੇ 'ਚ ਮੈਨੂੰ ਕਿਸੇ ਨੇ ਗਾਲ ਕੱਢੀ ਸੀ, ਇਹ ਮੈਨੂੰ ਯਾਦ ਹੈ। ਅੱਜ ਤੋਂ ਪਹਿਲਾਂ 10 ਸਾਲ, 11 ਸਾਲ, 2 ਸਾਲ ਕਿਹਨੇ ਮੇਰੇ ਨਾਲ ਚੰਗਾ ਵਿਵਹਾਰ ਕੀਤਾ ਸੀ, ਕਿਹਨੇ ਮੈਨੂੰ ਇੱਜ਼ਤ ਦਿੱਤੀ ਸੀ, ਇਹ ਮੈਨੂੰ ਯਾਦ ਨਹੀਂ ਆ। ਇਹੀ ਚੀਜ਼ਾਂ ਬੰਦੇ ਨੂੰ ਡੋਬਣ ਲਈ ਬਹੁਤ ਨੇ। ਉਹਦੇ ਅੰਦਰ ਹੀ ਇੱਕ ਚਿੱਕੜ ਹੈ, ਹਮ ਦੇਖਾਂ ਤੈ ਡੂਬੀਅਲੇ। ਇਹੀ ਬਹੁਤਾ ਬੰਦੇ ਨੂੰ ਡੁਬੋਣ ਲਈ, ਹੋਰ ਇਹਨੂੰ ਬਹੁਤਾ ਕੋਈ ਲੋੜ ਨਹੀਂ। ਕਹਿੰਦੇ ਬੰਦੇ ਨੂੰ ਦੁਖੀ ਕਰਨ ਲਈ ਆਪ ਹੀ ਬੰਦਾ ਬਹੁਤ ਆ, ਦੂਜਿਆਂ ਦੀ ਤੈਨੂੰ ਲੋੜ ਹੀ ਨਹੀਂ। ਜੇ ਬੰਦੇ ਨੂੰ ਕੋਈ ਦੁੱਖ ਨਾ ਹੋਵੇ, ਇਹ ਲੱਭਣ ਲੱਗ ਜਾਂਦਾ ਕਿ ਮੈਨੂੰ ਦੁੱਖ ਹੋਵੇ। ਬੰਦਾ ਦੁੱਖ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਇਹ ਆਪਣੇ ਆਪ 'ਚ ਦੁਖੀ ਹੋ ਜਾਂਦਾ। ਨਾਮ ਬਿਨਾ ਜਿਹੜਾ ਦੁਨੀਆ 'ਚ ਕਿਤੇ ਵੀ ਸੁੱਖ ਨਹੀਂ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਉਹ ਚੀਜ਼ ਤਾਂ ਉਹ ਕਰ ਨਹੀਂ ਪਾਉਂਦਾ, ਫਿਰ ਉਹ ਦੁੱਖਾਂ ਨੂੰ ਹੀ ਲੱਭਦਾ। ਤਾਂ ਆਪਾਂ ਕਹਿੰਦੇ ਹਾਂ, ਫਲਾਣੇ ਬੰਦੇ ਨੇ ਮੈਨੂੰ ਇਹ ਕਹਿਤਾ, ਮੈਂ ਦੁਖੀ ਹੋ ਗਿਆ, ਮੈਨੂੰ ਗੁੱਸਾ ਚੜਾਤਾ। ਗੁੱਸਾ ਮੇਰੇ 'ਚ ਸੀ ਤਾਂ ਮੈਨੂੰ ਚੜ੍ਹ ਗਿਆ ਨਾ, ਜੇ ਮੇਰੇ 'ਚ ਗੁੱਸਾ ਹੀ ਨਹੀਂ ਤਾਂ ਚੜੂਗਾ ਕਿਵੇਂ? ਉਹਨੇ ਮੈਨੂੰ ਇੱਦਾਂ ਕਹਿਤਾ, ਮੈਨੂੰ ਗੁੱਸਾ ਆ ਗਿਆ। ਤੁਹਾਡੇ ਅੰਦਰ ਜੇ ਮੰਨ ਲਓ ਖੂਹ 'ਚ ਪਾਣੀ ਆ ਤੇ ਬਾਲਟੀ ਕੋਈ ਭਰ ਕੇ ਕੱਢ ਸਕਦਾ ਨਹੀਂ, ਕਿਵੇਂ ਕੱਢੇਗਾ? ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅਸੀਂ ਆਪਦੀਆਂ ਗਲਤੀਆਂ ਦਾ ਜ਼ਿੰਮੇਵਾਰ ਦੂਜਿਆਂ ਨੂੰ ਠਹਿਰਾ ਦਿੰਦੇ ਹਾਂ। ਉਹਨੇ ਮੈਨੂੰ ਗੁੱਸਾ ਚੜਾਤਾ, ਇਹ ਨਹੀਂ ਕਹਿੰਦੇ ਕਿ ਮੈਨੂੰ ਗੁੱਸਾ ਆ ਜਾਂਦਾ, ਉਹਨੇ ਚੜਾ ਦਿੱਤਾ। ਭਾਵ ਕਿ ਦੋਸ਼ ਦੂਜਿਆਂ ਤੇ ਲਾ ਦਿੰਦੇ। ਕਮੀਆਂ ਸਾਡੀਆਂ ਆਪਦੀਆਂ ਹੁੰਦੀਆਂ ਨੇ। ਉਹਨੇ ਮੈਨੂੰ ਲਾਲਚ 'ਚ ਫਸਾ ਲਿਆ, ਇਹ ਨਹੀਂ ਕਿਹਾ ਮੈਂ ਲੋਭੀ ਹਾਂ। ਭਾਵ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਆ। ਉਹਨੇ ਮੈਨੂੰ ਦੁਖੀ ਕਰ ਦਿੱਤਾ, ਉਹਨੇ ਮੈਨੂੰ ਇਉਂ ਕਹਿ ਦਿੱਤਾ, ਉਹਨੇ ਮੇਰੀ ਕਦਰ ਨਹੀਂ ਪਾਈ। ਜਿੰਦ ਹਜੇ ਦੂਜਿਆਂ ਤੇ ਟਿਕੀ ਹੋਈ ਆ, ਇਹਨੂੰ ਹੀ ਦੂਜਾ ਭਾਅ ਕਹਿੰਦੇ ਨੇ। ਜਿੰਦ ਜਿਹੜੀ ਆ ਦੂਜਿਆਂ ਤੇ ਟਿਕੀ ਹੋਈ ਆ ਕਿ ਦੂਜਾ ਆਊਗਾ ਮੈਨੂੰ ਸੁੱਖ ਦੇਊਗਾ, ਦੂਜਾ ਆਊਗਾ ਮੇਰੀ ਕਦਰ ਕਰੂਗਾ। ਤੁਸੀਂ ਆਪਣੀ ਕਦਰ ਆਪ ਹੀ ਕਰ ਲਓ, ਇੰਨਾ ਹੀ ਬਹੁਤ ਹੈ। ਸੋ ਖੂਬਸੂਰਤ ਲੋਕ ਜਿਹੜੇ ਹੁੰਦੇ ਨੇ ਉਹ ਹੋਰ ਹੁੰਦੇ ਨੇ, ਜ਼ਰੂਰੀ ਨਹੀਂ ਹੁੰਦਾ ਉਹ ਸੋਹਣੇ ਹੋਣ। ਖੂਬਸੂਰਤ ਲੋਕ ਜ਼ਰੂਰੀ ਨਹੀਂ ਉਹਨਾਂ ਦੇ ਨੈਣ ਨਕਸ਼ ਸੋਹਣੇ ਹੋਣਗੇ, ਉਹਨਾਂ ਦਾ ਰੰਗ ਚਮੜੀ ਸਫੇਦ ਹੋਏਗੀ, ਨਹੀਂ, ਉਹ ਸੰਗਤ ਵਾਲੇ ਹੋਣਗੇ। ਸੁਕਰਾਤ ਦਾ ਜੇ ਜੀਵਨ ਆਪਾਂ ਪੜ੍ਹੀਏ, ਬਿਲਕੁਲ ਕੋਝਾ ਸੀ ਉਹ,
विद्वान इवें कहते ने, कहते दुनिया के सारे कुरूप बंदे इकट्ठे करो, एक सुकरात बनेगा। पर सुभाव दा बड़ा वधिया सी। सुकरात दी पत्नी बहुत सुहब्बन सी उहदे ते, पर उहदा सुभाव नहीं सी चंगा। ਤਾਂ ਇੱਦਾਂ ਆਪਾਂ ਅੰਦਰੋਂ ਸੋਹਣੇ ਬਣਨਾ ਹੈ ਪਿਆਰਿਓ। ਗੁਰੂ ਮਹਾਰਾਜ ਸਾਨੂੰ ਫਿਰ ਪਿਆਰ ਕਰਦੇ ਨੇ, ਸਾਨੂੰ ਦਰ ਦੇ ਉੱਪਰ ਸੋਭਾ ਮਿਲਦੀ ਆ। ਸਾਡਾ ਸੁਭਾਅ ਜਿਹੜਾ ਹੈ ਉਹੀ ਕੰਮ ਆਉਣਾ। ਚਮੜੀ ਢਲਦਿਆਂ 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 ਢਲ ਜਾਂਦੀ ਆ। ਬਚਪਨ, ਜਵਾਨੀ, ਬਿਰਧ ਅਵਸਥਾ, ਇਹ ਜਿਹੜੀ ਆ ਇਹ ਤਾਂ ਵਾਰੀ ਵਾਰੀ ਆਉਂਦੀਆਂ ਹੀ ਨੇ। ਇਹਨਾਂ ਨੂੰ ਆਪਾਂ ਰੋਕ ਵੀ ਨਹੀਂ ਸਕਦੇ, ਰੋਕ ਨਹੀਂ ਸਕਦੇ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਜਿਨ੍ਹਾਂ ਤੇ ਗੁਰੂ ਜੀ ਤੁਸੀਂ ਕਿਰਪਾ ਕੀਤੀ ਆ ਉਹ ਖੂਬਸੂਰਤ ਹੋ ਗਏ ਨੇ ਅੰਦਰੋਂ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਕਿਹਦਾ ਸਾਜਿਆ? ਵਾਹਿਗੁਰੂ ਨੇ ਬਣਾਇਆ ਹੈ। ਉਹਦੀ ਮਰਿਆਦਾ ਉਹ ਫਿਰ ਸਾਰੇ ਵਰਕੇ ਪਾੜ ਦਿੱਤੇ। ਜਨ ਨਾਨਕ ਲੇਖਾ ਸਮਝਾ। ਜੇ ਉਹ ਵਰਕਾ ਪਾੜ ਦਿੱਤਾ ਜਿਹਦੇ ਕਰਕੇ ਮੈਂ ਦੁਖੀ ਹੁੰਦਾ ਸੀ, ਜਿਹਦੇ ਕਰਕੇ ਮੈਂ ਜੰਜਾਲ 'ਚ ਸੀ, ਉਹ ਸਾਰੇ ਵਰਕੇ ਪਾੜ ਦਿੱਤੇ। ਹੁਣ ਮੇਰਾ ਜਨਮ ਨਹੀਂ ਹੋਣਾ, ਹੁਣ ਮੇਰਾ ਮਰਨ ਨਹੀਂ ਹੋਣਾ। ਦੋ ਚੀਜ਼ਾਂ ਨਾਲ ਹੀ ਨੇ, ਜਿਵੇਂ ਹੈੱਡ ਤੇ ਟੇਲ ਨਹੀਂ ਹੁੰਦਾ ਸਿੱਕੇ ਦੇ ਦੋ ਪਾਸੇ, ਜਨਮ ਮਰਨ ਇੱਕ ਚੀਜ਼ ਹੀ ਆ, ਕੋਈ ਬਹੁਤਾ ਅੰਤਰ ਨਹੀਂ। ਜਦੋਂ ਹੀ ਬੱਚੇ ਦਾ ਜਨਮ ਹੋਇਆ ਉਦੋਂ ਹੀ ਉਹ ਮਰਨ ਵੱਲ ਤੁਰ ਰਿਹਾ। ਜਦੋਂ ਹੀ ਸੂਰਜ ਚੜ੍ਹਿਆ ਉਦੋਂ ਹੀ ਛਿਪਣ ਵੱਲ ਜਾ ਰਿਹਾ। ਜਦੋਂ ਹੀ ਫੁੱਲ ਖਿੜਿਆ ਉਦੋਂ ਹੀ ਮੁਰਝਾਉਣ ਵੱਲ ਜਾ ਰਿਹਾ। ਫੂਲ ਖਿਲਤਾ ਹੈ ਮੁਰਝਾਨੇ का तखय्युल लेकर, जिससे हंसता हुआ पाओगे वो परेशान होगा। जो हंस रहा है वो हंस रहेगा, जो रो रहा है वो रोके रहेगा। सुकूने कल्ब से खुदा खुदा कर, जो किश के होना है सो हो रहेगा। शायर कहता ਜਿਹੜਾ ਹੱਸ ਰਿਹਾ ਉਹਨੇ ਹੱਸਣਾ ਸੀ, ਜਿਹੜਾ ਰੋ ਰਿਹਾ ਉਹਨੇ ਰੋਣਾ ਸੀ। ਅਨਹੋਣੀ ਨਹੀਂ ਇਹ ਘਟਨਾ ਹੋਣੀ ਹੋਈਆਂ। ਜਿਹੜਾ ਮਰ ਗਿਆ ਉਹਨੇ ਮਰਨਾ ਹੀ ਸੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਤੂੰ ਸਕੂਨੇ ਕਲਬ ਸੇ ਖੁਦਾ ਖੁਦਾ ਕਰ, ਜੋ ਕਿਛ ਕੇ ਹੋਣਾ ਹੈ ਸੋ ਹੋ ਰਹੇਗਾ। ਤੂੰ ਵਾਹਿਗੁਰੂ ਵਾਹਿਗੁਰੂ ਕਹਿ, ਜੋ ਹੋਣਾ ਹੀ ਆ ਉਹ ਹੋ ਕੇ ਹੀ ਰਹਿਣਾ। ਤੇਰੇ ਰੁਕਿਆ ਨਹੀਂ ਉਹ ਰੁਕਣਾ। ਜਵਾਨੀ ਨੂੰ ਬੰਦੇ ਬਹੁਤ ਰੋਕਣ ਦਾ ਯਤਨ ਕਰਦੇ ਆ ਕਿ ਬੁਢੇਪਾ ਨਾ ਆਵੇ ਨਾ ਆਵੇ ਨਾ ਆਵੇ। ਵਾਲ ਜਿਹੜੇ ਨੇ ਕਾਲੇ ਕਰ ਲੈਂਦੇ ਨੇ, ਉਹ ਕਿੱਥੇ ਰੁਕਦੀ ਆ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਹੋਈ ਵਿਚਾਰ ਹਿਰਦਿਆਂ ਵਿੱਚ ਵਸੇ। ਅਸੀਂ ਵੀ ਗੁਰ ਸ਼ਬਦਾਂ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ ਪਿਆਰਿਓ। ਆਓ ਰਲ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਕੀ ਪਤਾ ਕਿਹਾ ਹੋਇਆ ਉਹਦੇ ਦਰ 'ਤੇ ਕਬੂਲ ਹੋ ਜਾਵੇ, ਅਸੀਂ ਵੀ ਖੂਬਸੂਰਤ ਬਣ ਜਾਈਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹੇ ਗੁਰੂ ਵਾਹੇ। ਦੇਹੋ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਪਹਿਰਦਾ